टीवी पंजाब देखने वाले सारे दर्शकों का मैं मनदीप सिंह टुट स्वागत करदा और लैके हाजिर हां खास पेशकश जिस ਅਸੀਂ ਕਰਦੇ ਹਾਂ हर रोज खास खबरों से चर्चा और मेरे नाल जुड़े हुए ने हर रोज तरह मेरे सहयोगी जसवीर जी बहुत बहुत स्वागत है जी। शुक्रिया मनदीप जी और टीवी पंजाब देखने वाले तमाम व्यूवर्स ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ। अच्छा जसवीर जी ਪਹਿਲਾਂ ਆਪਾਂ ਕਿਸਾਨਾਂ ਦੀ ਗੱਲ ਕਰਨੀ ਸੀ ਕਿਉਂਕਿ ਅੱਜ ਬਹੁਤ ਵੱਡੇ ਪੱਧਰ ਤੇ ਐਕਸ਼ਨ ਦੁਬਾਰਾ ਹੋਣ ਜਾ ਰਿਹਾ ਪਰ ਇਹਦੇ ਵਿਚਕਾਰ ਹੀ ਇੱਕ ਖਬਰ ਬਹੁਤ ਮੰਦਭਾਗੀ ਆਈ ਹੈ ਯੂਪੀ ਤੋਂ ਜਿੱਥੇ ਇੱਕ ਦਲਿਤ ਲੜਕੀ ਨਾਲ ਜਿੱਥੇ ਪਹਿਲਾਂ ਬਲਾਤਕਾਰ ਹੋਇਆ ਫਿਰ ਉੱਥੇ ਇਨਸਾਫ ਦੀ ਜਿਹੜੀ ਮਾੜੀ ਮੋਟੀ ਉਮੀਦ ਸੀ ਜਿਹੜੇ ਸਬੂਤ ਰੱਖਣੇ ਸੀ ਉਹਨੂੰ ਵੀ ਮਿਟਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਘਰਦਿਆਂ ਨੂੰ ਅੰਦਰ ਤਾੜ ਕੇ ਅੱਧੀ ਰਾਤ ਨੂੰ ਜਿਹੜੀ ਉਹਦੀ ਲਾਸ਼ ਆ ਆਪਾਂ ਸੰਸਕਾਰ ਤਾਂ ਨਹੀਂ ਉਹਨੂੰ ਕਹਿ ਸਕਦੇ ਇਹ ਕਹਾਂਗੇ ਕਿ ਲਾਸ਼ ਨੂੰ ਸਾੜ ਦਿੱਤਾ ਗਿਆ ਜਾਂ ਸਬੂਤ ਸਾੜ ਦਿੱਤੇ ਗਏ ਕੀ ਇਸ ਘਟਨਾ ਬਾਰੇ ਮਾਹੌਲ ਬਣਿਆ ਹੋਇਆ। ਇਹ ਨਾ ਤਾਂ ਕੋਈ ਪਹਿਲੀ ਘਟਨਾ ਆ ਭਾਰਤ ਦੇ ਵਿੱਚ ਜਿਹੜੀ ਇੰਜ ਵਾਪਰੀ ਹੋਵੇ ਤੇ ਨਾ ਇਹਨੂੰ ਆਖਰੀ ਕਿਹਾ ਜਾ ਸਕਦਾ ਕਿਉਂਕਿ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਸਾਡਾ ਸਮਾਜਿਕ ਤਾਣਾ ਬਾਣਾ ਇਹੋ ਜਿਹਾ ਹੈ ਕਿ ਇਹ ਜੋ ਕੁਝ ਵਾਪਰ ਰਿਹਾ ਏ ਇਹਨੂੰ ਹਟਾਉਣ ਲਈ ਕੱਲਾ ਕਾਨੂੰਨ ਦੀ ਜ਼ਰੂਰਤ ਨਹੀਂ ਹੈ ਸਖਤੀ ਦੇ ਨਾਲ ਆਰੋਪੀਆਂ ਦੇ ਨਾਲ ਨਜਿੱਠਣ ਦੀ ਹੀ ਜ਼ਰੂਰਤ ਨਹੀਂ ਹੈ ਬਲਕਿ ਇਹਦੇ ਨਾਲ ਨਾਲ ਸਮਾਜਿਕ ਤੌਰ ਤੇ ਬਹੁਤ ਸਾਰੀਆਂ ਤਬਦੀਲੀਆਂ ਕਰਨ ਦੀ ਵੀ ਜ਼ਰੂਰਤ ਹੈ। ਕਹਿਣ ਨੂੰ ਤਾਂ ਕਹਿੰਦੇ ਭਾਰਤ ਵਿਸ਼ਵ ਗੁਰੂ ਬਣਨ ਜਾ ਰਿਹਾ ਪਰ ਜਦੋਂ ਇਹਨਾਂ ਘਟਨਾਵਾਂ ਨੂੰ ਅਸੀਂ ਦੇਖਦੇ ਹਾਂ ਤੇ ਲੱਗਦਾ ਕਿ ਇਦਾਂ ਦੇ ਵਿਸ਼ਵ ਗੁਰੂ ਦੀ ਲੋੜ ਨਹੀਂ ਹੈ ਜਿਸ ਵਿਸ਼ਵ ਗੁਰੂ ਦੀ ਛਤਰ ਛਾਇਆ ਦੇ ਵਿੱਚ ਇਸ ਤਰੀਕੇ ਨਾਲ ਲੜਕੀਆਂ ਦੇ ਨਾਲ ਬਲਾਤਕਾਰ ਕੀਤੇ ਜਾਂਦੇ ਹੋਣ ਉਹਨਾਂ ਦਾ ਕਤਲ ਕੀਤਾ ਜਾਂਦਾ ਰਿਹਾ ਹੋਵੇ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਸ ਸਭ ਨੂੰ ਦਬਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਮਾਂ-ਬਾਪ ਨੂੰ ਉਸ ਬੱਚੀ ਦਾ ਚਿਹਰਾ ਤੱਕ ਨਾ ਦੇਖਣ ਦੇਵੇ ਤੇ ਰਾਤ ਦੇ ਹਨੇਰੇ ਦੇ ਵਿੱਚ ਉਹਦਾ ਅੰਤਿਮ ਸੰਸਕਾਰ ਵੀ ਆਪ ਖੁਦ ਕਰ ਦੇਵੇ ਤੇ ਜਦੋਂ ਇਹ ਹੁੰਦਾ ਵਾਪਰਦਾ ਹੋਵੇ ਜਦੋਂ ਇਹ ਦੇਖਿਆ ਜਾਵੇ ਕਿ ਜਿਹਦੇ ਨਾਲ ਬਲਾਤਕਾਰ ਕੀਤਾ ਗਿਆ ਉਹ ਨੀਵੀਂ ਜ਼ਾਤ ਦੀ ਸੀਗੀ ਲੜਕੀ ਤੇ ਜਿਹੜੇ ਕਰਨ ਵਾਲੇ ਸੀਗੇ ਉਹ ਉੱਚੀ ਜ਼ਾਤ ਦੇ ਸੀਗੇ ਤੇ ਫਿਰ ਪੁਲਿਸ ਜਿਹੜੀ ਆ ਉਹ ਕਿਤੇ ਨਾ ਕਿਤੇ ਜਿਹੜਾ ਆ ਉਹ ਉਹਨਾਂ ਦਾ ਬਚਾ ਕਰਦੀ ਨਜ਼ਰ ਆਉਂਦੀ ਆ ਸਿੱਟ ਸਰਕਾਰ ਦੇ ਵੱਲੋਂ ਯੋਗੀ ਸਰਕਾਰ ਦੇ ਵੱਲੋਂ ਸਿੱਟ ਬਣਾ ਦਿੱਤੀ ਜਾਂਦੀ ਹੈ ਕਿ ਜਾਂਚ ਕਰੇਗੀ ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਦੀਆਂ ਪਈਆਂ ਨੇ ਕਿ ਸਿਸਟਮ ਦੇ ਵਿੱਚ ਸਾਡੇ ਅਜੇ ਬਹੁਤ ਸਾਰੀਆਂ ਖਾਮੀਆਂ ਨੇ ਔਰ ਸਿਸਟਮ ਦੀਆਂ ਖਾਮੀਆਂ ਦਾ ਕਰਕੇ ਹੀ ਇਹ ਸਾਰਾ ਕੁਝ ਵਾਪਰਦਾ ਆ। ਹੁਣ ਇੱਥੇ ਸਿੱਧੇ ਤੌਰ ਤੇ ਇੱਕ ਗੱਲ ਇਹ ਵੀ ਕਹੀ ਜਾ ਸਕਦੀ ਹੈ ਕਿ 10 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਕੀ ਕਿਸੇ ਔਰਤ ਦੀ ਕਿਸੇ ਲੜਕੀ ਦੀ ਇੱਜ਼ਤ ਦੀ ਕੀਮਤ ਉਹਦੀ ਜਾਨ ਦੀ ਕੀਮਤ 10 ਲੱਖ ਰੁਪਏ ਹੈ। ਯੋਗੀ ਕਹਿੰਦੇ ਨੇ ਕਿ ਅਸੀਂ ਯੂਪੀ ਦੇ ਵਿੱਚ ਤਾਂ ਰਾਮ ਰਾਜ ਲੈ ਆਂਦਾ ਜਿਸ ਰਾਮ ਰਾਜ ਦੇ ਵਿੱਚ ਇੰਜ ਲੜਕੀਆਂ ਦਾ ਬਲਾਤਕਾਰ ਕੀਤਾ ਹੁੰਦਾ ਹੋਵੇ ਉਸ ਲੜਕੀ ਦੇ ਨਾਲ ਦੇਖੋ ਕਿੰਨਾ ਕਰੂਰ ਵਿਵਹਾਰ ਕੀਤਾ ਗਿਆ ਇਨ ਬਿਨ ਮੈਨੂੰ 2012 ਵਾਲੀ ਜਿਹੜੀ ਦਿੱਲੀ ਵਾਲੀ ਘਟਨਾ ਯਾਦ ਆ ਗਈ ਉੱਥੇ ਵੀ ਇੰਜ ਹੀ ਕੀਤਾ ਗਿਆ ਸਮੂਹਿਕ ਬਲਾਤਕਾਰ ਕੀਤਾ ਗਿਆ ਰੋਡ ਤੱਕ ਜਿਹੜੀ ਆ ਗੁਪਤ ਅੰਗ ਦੇ ਵਿੱਚ ਜਿਹੜੀ ਆ ਉਹ ਵਾੜ ਦਿੱਤੀ ਗਈ ਸੀ ਔਰ ਇੰਨਾ ਬੁਰਾ ਹਾਲ ਕਰ ਦਿੱਤਾ ਸੀ ਉਸ ਲੜਕੀ ਦਾ ਕਿ ਅਖੀਰ ਉਹ ਜ਼ਿੰਦਗੀ ਦੀ ਜੰਗ ਵੀ ਹਾਰ ਗਈ ਸੀ। ਇਨ ਬਿਨ ਇੱਥੇ ਵੀ ਕੀਤਾ ਗਿਆ ਬਲਾਤਕਾਰ ਕੀਤਾ ਗਿਆ ਉਸ ਲੜਕੀ ਦੀ ਰੀੜ ਦੀ ਹੱਡੀ ਤੋੜ ਦਿੱਤੀ ਗਈ ਉਹਦੀ ਜੀਭ ਕੱਟ ਦਿੱਤੀ ਗਈ ਉਹਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਕਿਹੜੀ ਚੀਜ਼ ਸੀ ਜਿੱਥੇ ਕਮੀ ਰੱਖੀ ਗਈ ਕਿ ਇੱਕ ਤੇ ਜਿਉਂਦੀ ਜਾਗਦੀ ਨਾ ਰਹਿ ਜਾਵੇ ਇੱਕ ਤੇ ਬਿਆਨ ਦੇਣ ਜੋਗੀ ਨਾ ਰਹਿ ਜਾਵੇ। ਹੁਣ ਉਹਨਾਂ ਹਾਲਾਤਾਂ ਦੇ ਵਿੱਚ ਜੇ ਦੇਖੀਏ ਜੇ ਯੋਗੀ ਕਹਿੰਦੇ ਆ ਕਿ ਇਹੀ ਰਾਮ ਰਾਜ ਹੈ ਤੇ ਮਾਫ ਕਰਨਾ ਮੈਂ ਇਹੀ ਚਾਹਾਂਗਾ ਭਾਰਤ ਦੇ ਵਿੱਚ ਰਾਵਣ ਰਾਜ ਆ ਜਾਵੇ ਕਿਉਂ ਕਿਉਂਕਿ ਰਾਵਣ ਨੇ ਜੇ ਸੀਤਾ ਨੂੰ ਅਗਵਾ ਕੀਤਾ ਸੀ ਚੱਕਿਆ ਸੀ ਤੇ ਉਹਨੇ ਉਹਦੀ ਮਰਜ਼ੀ ਦੇ ਖਿਲਾਫ ਉਹਨੂੰ ਹੱਥ ਨਹੀਂ ਲਾਇਆ ਸੀਗਾ ਉਹਨੇ ਉਨੀ ਦੇਰ ਤੱਕ ਸੀਤਾ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ ਸੀ ਦੇਰ ਤੱਕ ਸੀਤਾ ਜਿਹੜੀ ਆ ਉਹ ਕਹਿੰਦੀ ਨਹੀਂ ਕਿ ਹਾਂ ਠੀਕ ਹੈ ਉਹ ਰਾਮ ਆਉਂਦਾ ਆ ਲੜਾਈ ਹੁੰਦੀ ਹੈ ਉਹ ਅਸੀਂ ਸਾਰੇ ਜਣੇ ਜਾਣਦੇ ਉਹਨਾਂ ਸਭ ਨੂੰ ਦੁਹਰਾਉਣ ਦੀ ਜ਼ਰੂਰਤ ਨਹੀਂ ਆ ਪਰ ਮੈਨੂੰ ਇਸ ਮਾਮਲੇ 'ਚ ਲੱਗਦਾ ਕਿ ਰਾਵਣ ਰਾਜ ਠੀਕ ਸੀਗਾ ਉੱਥੇ ਜੇ ਇੱਕ ਭੈਣ ਦਾ ਨੱਕ ਵੱਢਿਆ ਜਾਂਦਾ ਆ ਤੇ ਰਾਵਣ ਜਿਹੜਾ ਉਹ ਸਿੱਧੇ ਤੌਰ ਤੇ ਬਦਲਾ ਲੈਣ ਤੋਂ ਉਤਾਰੂ ਹੋ ਜਾਂਦਾ ਹਾਲਾਂਕਿ ਉੱਥੇ ਵੀ ਇਹ ਗੱਲ ਆਪਾਂ ਗਲਤ ਮੰਨ ਸਕਦੇ ਆ ਕਿ ਫਿਰ ਬਦਲਾ ਭਾਈ ਤੁਸੀਂ ਰਾਮ ਤੋਂ ਤਾਂ ਜਾਂ ਲక్ష్మణ ਤੋਂ ਲੈਣਾ ਸੀਗਾ ਉਹਦੀ ਪਤਨੀ ਨੂੰ ਚੁੱਕਣ ਦਾ ਕੀ ਕੰਮ ਬਣਦਾ ਸੀਗਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸਦੀਆਂ ਪਈਆਂ ਨੇ ਕਿ ਰਾਮ ਰਾਜ ਕਹਿਣ ਨੂੰ ਰਾਮ ਰਾਜ ਆਇਆ ਹੋਇਆ ਵੈਸੇ ਜਿਹੜਾ ਆ ਇਹ ਰਾਜ ਜਿਹੜਾ ਆ ਉਹ ਨਾ ਰਾਮ ਦਾ ਆ ਨਾ ਰਾਵਣ ਦਾ ਆ ਇਹ ਰਾਜ ਜਿਹੜੇ ਰਾਖਸ਼ਾਂ ਦਾ ਆ ਜਿੱਥੇ ਔਰਤ ਨੂੰ ਸਮਝਿਆ ਕੱਖ ਨਹੀਂ ਜਾਂਦਾ ਤੇ ਪੁਲਿਸ ਦੀ ਬੇਸ਼ਰਮੀ ਕਿ ਤੁਸੀਂ ਇੰਨਾ ਕੁਝ ਹੋਣ ਵਾਪਰਨ ਤੋਂ ਬਾਅਦ ਵੀ ਲੜਕੀ ਦਾ ਚੁੱਪ ਚਪੀਤੇ ਰਾਤ ਨੂੰ ਅੰਤਿਮ ਸੰਸਕਾਰ ਕਰ ਦਿੰਦੇ ਹੋ ਤਾਂ ਕਿ ਹਾਲਾਤ ਨਾ ਵਿਗੜਨ ਤੇ ਕੀ ਇਹਦੇ ਨਾਲ ਸਾਰਾ ਕੁਝ ਰੁਕ ਗਿਆ ਕੱਲ ਸਾਰੀ ਦਿਹਾੜੀ ਰੋਸ ਪ੍ਰਦਰਸ਼ਨ ਹੁੰਦੇ ਰਹੇ ਥਾਂ ਪਰ ਥਾਂ
ਪੁਤਲੇ ਫੂਕੇ ਗਏ, ਕਈ ਥਾਂ ਤੇ ਮੋਟਰਸਾਈਕਲ ਸਾੜ ਦਿੱਤੀਆਂ ਗਈਆਂ, ਕਈਆਂ ਥਾਵਾਂ ਤੇ ਗੱਡੀਆਂ ਸਾੜੀਆਂ ਗਈਆਂ, ਇੱਥੋਂ ਤੱਕ ਕਿ ਉੱਥੇ ਸੰਸਦ ਗਿਆ ਪਰਿਵਾਰ ਨੂੰ ਮਿਲਣ ਦੇ ਲਈ ਤੇ ਪਰਿਵਾਰ ਨੇ ਮਿਲਣ ਤੋਂ ਨਾ ਕਰਤੀ। ਇਹੋ ਜਿਹੀ ਕੁੱਤੇਖਾਨੀ ਕੀਤੀ ਨਾ ਪਿੰਡ ਦੇ ਲੋਕਾਂ ਨੇ। ਉਹ ਯਾਦ ਰੱਖੂਗਾ ਕਿ ਇੰਜ ਵੀ ਹੋ ਸਕਦਾ ਆ। ਪੂਰੇ ਪਿੰਡ ਨੂੰ ਬੰਦੀ ਬਣਾ ਲਿਆ ਗਿਆ ਰਾਤ ਨੂੰ, ਕਿਉਂ? ਕਿਉਂਕਿ ਉਸ ਲੜਕੀ ਦਾ ਅੰਤਿਮ ਸੰਸਕਾਰ ਕਰਨਾ ਸੀਗਾ। ਮੈਨੂੰ ਲੱਗਦਾ ਹੈ ਇਹ ਥੋੜਾ ਜਿਹਾ ਸੋਚਣ ਵਿਚਾਰਨ ਵਾਲੀ ਗੱਲ ਹੈ। ਇੱਥੇ ਬਹੁਤ ਸਾਰੀਆਂ ਚੀਜ਼ਾਂ ਨੇ। ਚਰਚਾ ਇੰਜ ਵੀ ਕੀਤੀ ਜਾ ਸਕਦੀ ਹੈ ਮਨਦੀਪ ਜੀ ਕਿ ਜੋ ਕੁਝ ਹੋਇਆ ਵਾਪਰਿਆ, ਜਿਸ ਤਰੀਕੇ ਨਾਲ ਹੋਇਆ ਵਾਪਰਿਆ, ਉਹ ਪਿੱਠ ਭੂਮੀ ਦੇ ਵਿੱਚ ਜਾਈਏ ਤਾਂ ਬਹੁਤ ਕੁਝ ਸਾਨੂੰ ਨਜ਼ਰ ਆਉਂਦਾ ਆ। ਦਿੱਲੀ ਦੇ ਵਿੱਚ ਉਹ ਜੋ ਕੁਝ ਹੋਇਆ ਸੀਗਾ, ਕਾਂਗਰਸ ਦੀ ਸਰਕਾਰ ਸੀ ਤੇ ਜਿਸ ਤਰੀਕੇ ਨਾਲ ਲੋਕ ਮੋਮਬੱਤੀਆਂ ਲੈ ਕੇ ਸੜਕਾਂ ਤੇ ਆ ਗਿਆ ਸੀ, ਭਾਰਤੀ ਜਨਤਾ ਪਾਰਟੀ ਰੌਲਾ ਪਾਉਣ ਲੱਗ ਪਈ ਸੀ, ਆਹ ਹੋ ਗਿਆ, ਉਹ ਹੋ ਗਿਆ। ਤੇ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਰਾਜ ਦੇ ਵਿੱਚ ਕੀ ਹੋਇਆ? ਯਾਦ ਹੋਣਾ ਤੁਹਾਨੂੰ, ਕੁਲਦੀਪ ਸੇਂਗਰ, ਉਹਦੇ ਉੱਤੇ ਕਿਹੋ ਜਿਹੇ ਬਲਾਤਕਾਰ ਦੇ ਇਲਜ਼ਾਮ ਲੱਗੇ ਸੀ ਤੇ ਫਿਰ ਉਸ ਪੀੜਤਾ ਨੂੰ ਆਪਣਾ ਪੂਰਾ ਪਰਿਵਾਰ ਗਵਾਉਣਾ ਪਿਆ ਸੀ ਇਨਸਾਫ ਦੀ ਲੜਾਈ ਦੇ ਵਿੱਚ। ਆਪਣੀ ਖੁਦਕੁਸ਼ੀ ਦੀ ਕੋਸ਼ਿਸ਼ ਕਰਨੀ ਪਈ ਸੀ, ਫਿਰ ਜਾ ਕੇ FIR ਜਿਹੜੀ ਦਰਜ ਹੋਈ ਸੀਗੀ। ਸੋ ਇਹ ਪਰਿਸਥਿਤੀਆਂ ਨੇ। ਤੇ ਜੰਮੂ ਕਸ਼ਮੀਰ ਦੇ ਵਿੱਚ ਕੀ ਹੋਇਆ ਸੀਗਾ, ਇੱਕ ਨਾਬਾਲਗ ਬੱਚੀ ਦੇ ਨਾਲ ਬਲਾਤਕਾਰ ਕੀਤਾ ਗਿਆ ਸੀ ਤੇ ਭਾਰਤੀ ਜਨਤਾ ਪਾਰਟੀ ਦੇ ਕਈ ਲੀਡਰ ਉਹ ਆਰੋਪੀਆਂ ਦੇ ਪੱਖ ਦੇ ਵਿੱਚ ਰੈਲੀਆਂ ਕਰਦੇ ਨਜ਼ਰ ਆਏ ਸੀ। ਤੇ ਅੱਜ ਵੀ ਇਹੀ ਕੁਝ ਹੋਇਆ। ਅੱਜ ਵੀ ਇਸੇ ਤਰੀਕੇ ਨਾਲ ਇੱਕ ਬੱਚੀ ਦੇ ਨਾਲ ਬਲਾਤਕਾਰ ਹੁੰਦਾ ਹੈ ਸਮੂਹਿਕ, ਉਹਦਾ ਕਤਲ ਕੀਤਾ ਜਾਂਦਾ ਤੇ ਮੁੜ ਕੇ ਕੀ ਕੀਤਾ ਜਾਂਦਾ? ਚੁੱਪ ਚਪੀਤੇ ਉਹਦੀ ਲਾਸ਼ ਨੂੰ ਅੱਧੀ ਰਾਤ ਨੂੰ ਸਾੜ ਦਿੱਤਾ ਜਾਂਦਾ। ਪਰਿਸਥਿਤੀਆਂ ਇਹ ਹੈ, ਕਿਉਂ? ਕਿਉਂਕਿ ਜਿਹੜੇ ਨਾਮ ਸੀਗੇ ਨਾ, ਉਹ ਨਾਮ ਕੁਮਾਰ, ਸ਼ਰਮਾ, ਵਰਮਾ, ਕੁਝ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਨਾਲ ਲੱਗਦੀਆਂ ਸੀ, ਜਿਹੜੀਆਂ ਸਿੱਧੇ ਤੌਰ ਤੇ ਦੱਸਦੀਆਂ ਨੇ ਕਿ ਭਾਈ ਇਹ ਬਹੁ ਗਿਣਤੀ ਧਿਰ ਦੇ ਨਾਲ ਜੁੜੀ ਹੋਈ ਆ। ਤੇ ਜੇ ਇਹਨਾਂ ਦੇ ਕੋਲ ਇਹਨਾਂ ਦੇ ਵਿੱਚੋਂ 2-4 ਆਸਿਫ ਮੁਹੰਮਦ ਜਾਂ ਇਦਾਂ ਦੇ ਨਾਮ ਹੁੰਦੇ ਨਾ, ਮਾਫ ਕਰਨਾ, ਇੱਥੇ ਭਾਰਤੀ ਜਨਤਾ ਪਾਰਟੀ ਨੇ ਪੂਰੇ ਯੂਪੀ ਦੇ ਵਿੱਚ ਨਾ ਪੂਰੀ ਘੱਟ ਗਿਣਤੀ ਕੌਮ ਨੂੰ ਜਿਹੜਾ ਚੱਕ ਕੇ ਅੰਦਰ ਦੇਣ ਦੀਆਂ ਤਿਆਰੀਆਂ ਕਰ ਲੈਣੀਆਂ ਸੀਗੀਆਂ। ਇੱਕ ਨਜ਼ਰੀਏ ਨਾਲ ਇਹ ਵੀ ਖਬਰ ਦੇਖੀ ਜਾ ਸਕਦੀ ਆ, ਪਰ ਦੂਜਾ ਨਜ਼ਰੀਆ ਜਿਹੜਾ ਬਹੁਤ ਅਹਿਮ ਆ ਤੇ ਮੈਨੂੰ ਲੱਗਦਾ ਇਦਾਂ ਹੀ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾਣਾ ਚਾਹੀਦਾ ਹੈ। ਸਾਡੇ ਮੁਲਕ ਦੇ ਵਿੱਚ ਔਰਤ ਜਿਹੜੀ ਆ ਭੋਗ ਵਿਲਾਸ ਦੀ ਵਸਤੂ ਵਜੋਂ ਦੇਖੀ ਜਾਂਦੀ ਹੈ। ਸਾਡੇ ਮੁਲਕ ਦੇ ਵਿੱਚ ਪਰਿਸਥਿਤੀਆਂ ਇਹ ਨੇ, ਯੂਪੀ ਦੇ ਵਿੱਚ ਕੁਝ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੀਆਂ ਬਿਆਨਬਾਜ਼ੀਆਂ ਇਦਾਂ ਦੀਆਂ ਵੀ ਕਿਸੇ ਸਮੇਂ ਹੁੰਦੀਆਂ ਰਹੀਆਂ। ਉਹ ਕਹਿੰਦੇ ਸਾਡੇ ਤਾਂ ਇੱਥੇ ਗੰਨਾ ਤੇ ਔਰਤ ਇੱਕੋ ਹੀ ਤਰੀਕੇ ਨਾਲ ਦੇਖੀ ਜਾਂਦੀ ਹੈ, ਗੰਨਾ ਤੇ ਲੜਕੀ ਇੱਕੋ ਹੀ ਤਰੀਕੇ ਨਾਲ ਦੇਖੀ ਜਾਂਦੀ ਹੈ ਕਿ ਇਸ ਵਾਰ ਕਿਹੜੀ ਗੰਨੇ ਦੀ ਫਸਲ ਕਿਹੜੀ ਲੜਕੀ ਦੇ ਨਾਲ ਬਲਾਤਕਾਰ ਕਰਨ ਦੇ ਲਈ ਕੰਮ ਆਏਗੀ। ਜਿਸ ਧਿਰ ਦੇ ਇਦਾਂ ਦੀਆਂ ਬਿਆਨਬਾਜ਼ੀਆਂ ਆਉਂਦੀਆਂ ਹੋਣ, ਉਸ ਧਿਰ ਦੀ ਸੱਤਾ ਦੇ ਵਿੱਚ ਕੀ ਕੁਝ ਹੋ ਸਕਦਾ ਉਹਦਾ ਅੰਦਾਜ਼ਾ ਅਸੀਂ ਲਾ ਸਕਦੇ ਹਾਂ। ਪਰ ਮੈਂ ਗੱਲ ਫਿਰ ਉੱਥੇ ਲੈ ਕੇ ਆਉਣਾ ਕਿ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਭੋਗ ਵਿਲਾਸ ਦੀ ਵਸਤੂ ਸਮਝਿਆ ਜਾਂਦਾ ਆ। ਮਰਦਾਊਪੁਣੇ ਦੀ ਬਿਮਾਰੀ ਜਿਹੜੀ ਆ ਸਾਡੇ ਇੱਥੇ ਲੱਗੀ ਹੋਈ ਆ ਬੰਦਿਆਂ ਨੂੰ, ਉਹ ਮਰਦਾਊਪੁਣੇ ਦੀ ਬਿਮਾਰੀ ਮੈਨੂੰ ਲੱਗਦਾ ਠੀਕ ਕਰਨ ਦੀ ਲੋੜ ਹੈ। ਮਾਨਸਿਕ ਰੋਗੀ ਨੇ ਇਹ ਲੋਕ ਤੇ ਇਹਨਾਂ ਦੇ ਇਸ ਮਾਨਸਿਕ ਰੋਗ, ਇਸ ਵਿਕਾਰ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੈ। ਜੇ ਵਿਸ਼ਵ ਗੁਰੂ ਬਣਨ ਦਾ ਦਮ ਭਰਨਾ ਹੈ ਨਾ, ਤੇ ਘੱਟੋ ਘੱਟ ਔਰਤ ਨੂੰ ਵੀ ਮਰਦ ਦੇ ਬਰਾਬਰ ਹੀ ਨਹੀਂ ਸਮਝਿਆ ਜਾਣਾ ਚਾਹੀਦਾ, ਬਲਕਿ ਨਾਲ ਦੀ ਨਾਲ ਇਸ ਗੱਲ ਦਾ ਵੀ ਅਹਿਸਾਸ ਹੋਣਾ ਚਾਹੀਦਾ ਕਿ ਉਹਦੇ ਆਪਣੇ ਆਸ਼ੇ ਉਮੀਦਾਂ ਹੋਣਗੀਆਂ, ਉਹਦੇ ਆਪਣੇ ਸੁਪਨੇ ਹੋਣਗੇ, ਉਹਨੂੰ ਆਪਣੇ ਤਰੀਕੇ ਨਾਲ ਜਿਉਣ ਦਾ ਹੱਕ ਹੈ। ਉਹ ਜੋ ਕਰਨਾ ਚਾਹੁੰਦੀ ਹੈ, ਜਿਵੇਂ ਕਰਨਾ ਚਾਹੁੰਦੀ ਆ, ਉਹਦੇ ਅਹਿਸਾਸਾਂ ਦੀ ਵੀ ਜਿਹੜੀ ਆ ਉਹ ਸਾਨੂੰ ਕਿਤੇ ਨਾ ਕਿਤੇ ਪਰਵਾਹ ਕਰਨੀ ਪੈਗੀ। ਉਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣਗੀਆਂ ਤੇ ਨਾਲ ਦੀ ਨਾਲ ਇਹ ਵੀ ਦੇਖਣਾ ਪਏਗਾ ਕਿ ਔਰਤ ਭਾਵੇਂ ਗਰੀਬ ਪਰਿਵਾਰ ਦੇ ਵਿੱਚੋਂ ਆ ਤੇ ਭਾਵੇਂ ਅਮੀਰ ਪਰਿਵਾਰ ਦੇ ਵਿੱਚੋਂ, ਉਹਦੀ ਇੱਜ਼ਤ, ਉਹਦੀ ਹੋਂਦ ਇੱਕੋ ਜਿਹੀ ਹੋਣੀ ਚਾਹੀਦੀ ਆ। ਮਰਦ ਭਾਵੇਂ ਗਰੀਬ ਪਰਿਵਾਰ ਦਾ ਤੇ ਭਾਵੇਂ ਅਮੀਰ ਪਰਿਵਾਰ ਦਾ, ਜੇ ਕੋਈ ਆਰੋਪ ਦੇ ਵਿੱਚ ਉਹ ਸ਼ਾਮਲ ਹੁੰਦਾ ਆ, ਜੇ ਕੋਈ ਗਲਤ ਕੰਮ ਕਰਦਾ ਹੈ ਤੇ ਸਜ਼ਾ ਉਹਨੂੰ ਇੱਕੋ ਜਿਹੀ ਮਿਲਣੀ ਚਾਹੀਦੀ, ਭਾਵੇਂ ਕਿਸੇ ਧਰਮ, ਜ਼ਾਤ, ਰੰਗ, ਨਸਲ ਦਾ ਕਿਉਂ ਨਾ ਹੋਵੇ। ਕਿਉਂਕਿ ਜੇ ਇਹ ਕੁਝ ਕਰਦਾ ਆ ਤੇ ਮਾਫ ਕਰਨਾ, ਉਹਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ। ਉਹ ਮੁਲਕ ਜਿਨ੍ਹਾਂ ਤੇ ਉੱਤੇ ਅਸੀਂ ਕਈ ਤਰ੍ਹਾਂ ਦੀਆਂ ਟੀਕਾ ਟਿੱਪਣੀਆਂ ਕਰਦੇ ਹਾਂ ਜੀ, ਉਹ ਤਾਂ ਅਣਮਨੁੱਖੀ ਕਰਦਾ ਹੈ। ਜੇ ਕਿਸੇ ਨਾਲ ਬਲਾਤਕਾਰ ਹੋ ਜਾਂਦਾ, ਟੰਗ ਦਿੰਦਾ ਹੈ ਚੌਕ ਦੇ ਵਿੱਚ, ਉਹ ਗੋਲੀ ਮਾਰ ਦਿੰਦੇ ਆ, ਉਹ ਸਿਰ ਕਲਮ ਕਰ ਦਿੰਦੇ ਆ। ਕਈ ਵਾਰੀ ਇਦਾਂ ਦੀਆਂ ਗੱਲਾਂ ਕਰਦੇ ਨਾ ਕਿ ਇਹ ਗਲਤ ਹੈ, ਨਹੀਂ ਹੋਣਾ ਚਾਹੀਦਾ। ਪਰ ਜਦੋਂ ਇੱਥੇ ਇਦਾਂ ਦੀਆਂ ਚੀਜ਼ਾਂ ਵਾਪਰਦੀਆਂ ਨੇ, ਪਤਾ ਨਹੀਂ ਕਿੰਨੇ ਲੋਕ ਹੋਣਗੇ ਜਿਹੜੇ ਇਹ ਸੋਚਦੇ ਹੋਣਗੇ ਕਿ ਉਹੀ। ਜੀ ਬਿਲਕੁਲ ਜਸਵੀਰ ਜੀ, ਬਹੁਤ ਸ਼ਰਮਨਾਕ ਜਿਹੜੀ ਘਟਨਾ ਵਾਪਰੀ। ਔਰ ਮੇਰੇ ਖਿਆਲ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੀ ਮਾਨਸਿਕਤਾ, ਬਿਮਾਰ ਮਾਨਸਿਕਤਾ, ਇਹਨੂੰ ਬਦਲਣ ਦੀ ਇਸ ਵਕਤ ਬੇਹੱਦ ਲੋੜ ਹੈ। ਔਰ ਇਸੇ ਜਿਹੜੀ ਮਾਨਸਿਕਤਾ ਵਿੱਚੋਂ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨਿਕਲਦੀਆਂ ਨੇ। ਅੱਛਾ ਜਸਵੀਰ ਜੀ, ਇੱਥੇ ਜਿਹੜੀ ਆਪਾਂ ਪਹਿਲੀ ਖਬਰ ਦੀ ਸ਼ੁਰੂਆਤ ਕਰਨੀ ਸੀ
ਕਿਸਾਨਾਂ ਵੱਲੋਂ ਅੱਜ ਇੱਕ ਹੋਰ ਜਿਹੜਾ ਵਾ ਉਹ ਐਕਸ਼ਨ ਸ਼ੁਰੂ ਕੀਤਾ ਜਾ ਰਿਹਾ, ਹੋਰ ਜਿਹੜਾ ਪੜਾਅ ਅੱਗੇ ਸੰਘਰਸ਼ ਦਾ ਸ਼ੁਰੂ ਕੀਤਾ ਜਾ ਰਿਹਾ। ਔਰ ਇਹਦੇ ਦੌਰਾਨ ਸੁਣਿਆ ਕਿ ਇਸ ਵਾਰ ਕੁਝ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ, ਜਿਹਦੇ ਵਿੱਚ ਕਿਸਾਨਾਂ ਵੱਲੋਂ ਅੰਬਾਨੀ ਦੀ ਮਾਲਕੀ ਵਾਲੀ ਕੰਪਨੀ 에ਅਰਲਾਈਨਸ ਜੀਓ ਆ, ਉਹਦੇ ਸਿਮ ਕਾਰਡ ਫਾੜੇ ਜਾ ਰਹੇ ਆ। ਔਰ ਪਿਛਲੇ ਦਿਨ ਸਾਹਮਣੇ ਆਇਆ ਸੀ ਕਿ ਕੁਝ ਦੁਕਾਨਦਾਰਾਂ ਨੇ ਵੀ ਕਿਹਾ ਸੀ ਕਿ ਅਸੀਂ ਇਹਨਾਂ ਦੇ ਰਿਚਾਰਜ ਨਹੀਂ ਕਰਨੇ। ਸੋ ਆਪਣੇ ਆਪ 'ਚ ਪਹਿਲਾਂ ਨਵੇਕਲਾ ਜਿਹਾ ਸੰਘਰਸ਼ ਨਹੀਂ ਹੁੰਦਾ ਜਾਪਦਾ ਸੀ। ਕੋਈ ਸ਼ੱਕ ਨਹੀਂ ਆ, ਦੋ ਦਿਸ਼ਾਵੀ ਲੜਾਈ ਜਿਹੜੀ ਹੈ ਇਹ ਚੱਲਦੀ ਪਈ ਹੈ। ਆਮ ਤੌਰ ਤੇ ਜੀ ਇੱਕ ਦਿਸ਼ਾਵੀ ਲੜਾਈਆਂ ਹੁੰਦੀਆਂ ਨੇ, ਇਦਾਂ ਦੇ ਸੰਘਰਸ਼ ਇੱਕ ਦਿਸ਼ਾਵੀ ਹੁੰਦੇ ਆ ਕਿ ਚਲੋ ਜੀ ਧਰਨੇ ਪ੍ਰਦਰਸ਼ਨ ਲਾ ਲਓ, ਨਾਅਰੇਬਾਜ਼ੀਆਂ ਕਰ ਲਓ ਤੇ ਇੱਕ ਨਿਸ਼ਚਿਤ ਸਮੇਂ 'ਚ ਨਾਅਰੇਬਾਜ਼ੀਆਂ ਕਰਕੇ ਵਾਪਸ ਆ ਜਾਓ, ਘਿਰਾਓ ਕਰਨਾ ਘਿਰਾਓ ਕਰਕੇ ਵਾਪਸ ਆ ਜਾਓ, ਟ੍ਰੇਨ ਰੋਕਣੀਆਂ ਟ੍ਰੇਨ ਰੋਕ ਕੇ ਵਾਪਸ ਆ ਜਾਓ। ਪਰ ਇੱਥੇ ਦੋ ਦਿਸ਼ਾਵੀ ਸੰਘਰਸ਼ ਚੱਲਦਾ ਪਿਆ, ਔਰ ਦੋ ਦਿਸ਼ਾਵੀ ਸੰਘਰਸ਼ ਜਿਹੜਾ ਉਹ ਕਿਤੇ ਨਾ ਕਿਤੇ ਨਤੀਜੇ ਤੇ ਵੀ ਪਹੁੰਚੇਗਾ, ਕਿਉਂਕਿ ਇਸ ਗੱਲ ਦਾ ਅਹਿਸਾਸ ਤਾਂ ਘੱਟੋ ਘੱਟ ਕਿਸਾਨ ਜਥੇਬੰਦੀਆਂ ਨੂੰ ਹੋ ਗਿਆ, ਕਿਸਾਨਾਂ ਨੂੰ ਹੋ ਗਿਆ, ਪੰਜਾਬ ਦੇ ਲੋਕਾਂ ਨੂੰ ਹੋ ਗਿਆ ਕਿ ਅਸਲ ਮੂਲ ਜੜ ਜਿਹੜੀ ਹੈ ਇਹ ਸਰਕਾਰਾਂ ਤਾਂ ਹੈਗੀਆਂ, ਪਰ ਇਹਨਾਂ ਸਰਕਾਰਾਂ ਦੇ ਉੱਤੇ ਆਪਣਾ ਦਾਬਾ ਰੱਖਣ ਵਾਲੇ ਲੋਕ ਜਿਹੜੇ ਆ ਮੂਲ ਜੜ ਆ, ਉਹ ਪੂੰਜੀਪਤੀ, ਜੀ ਉਹ ਧਨਾੜ ਜਿਹੜੇ ਆਪਣੇ ਤਰੀਕੇ ਨਾਲ ਸਰਕਾਰਾਂ ਦੀਆਂ ਨੀਤੀਆਂ ਬਣਵਾਉਂਦੇ ਆ। ਸਰਕਾਰਾਂ ਬਣਾਉਂਦੀਆਂ ਨਹੀਂ, ਉਹ ਬਣਵਾਉਂਦੇ ਆ। ਕਿਉਂ ਬਣਵਾਉਂਦੇ ਆ? ਜਦ ਚੋਣਾਂ ਦੇ ਵਿੱਚ ਭਾਈ ਕਰੋੜਾਂ ਰੁਪਈਆ ਉਹਨਾਂ ਨੇ ਖਰਚਾ ਹੋਵੇ ਚੋਣ ਪ੍ਰਚਾਰ ਦੇ ਵਿੱਚ, ਤੁਹਾਨੂੰ ਆਪਣੇ ਜਹਾਜ਼ ਦਿੱਤੇ ਹੋਣ ਵੀ ਇਸ ਰੈਲੀ ਤੋਂ ਉਸ ਰੈਲੀ ਦੇ ਵਿੱਚ ਜਾਣਾ ਕੋਈ ਦਿੱਕਤ ਨਹੀਂ ਆ ਖੜਾ ਸਾਡਾ ਜਹਾਜ਼ ਲੈ ਕੇ ਚੱਲ ਜਾਓ। ਤੇ ਮਾੜਾ ਬੰਦਾ ਤਾਂ ਸਾਈਕਲ ਵੀ ਨਹੀਂ ਕਿਸੇ ਨੂੰ ਦੇ ਸਕਦਾ, ਉੱਥੇ ਵੀ ਕਹਿੰਦਾ ਭਾਈ ਮੈਂ ਕੰਮਕਾਰ ਵੀ ਕਰਨਾ ਸਾਈਕਲ ਦੇ ਉੱਤੇ, ਮੈਂ ਨਹੀਂ ਕਿਸੇ ਨੂੰ ਦੇ ਸਕਦਾ। ਇਹ ਜਹਾਜ਼ ਜੀ ਦਿੰਦੇ ਨੇ। ਕਿਉਂ ਦਿੰਦੇ ਨੇ ਭਾਈ? ਕਿਉਂਕਿ ਪਤਾ ਆ ਉਹ ਇੱਕ ਜਹਾਜ਼ ਦੇ ਕੇ ਨਾ 10 ਜਹਾਜ਼ਾਂ ਜਿੰਨੀ ਕਮਾਈ ਮੁੜ ਕੇ 5 ਸਾਲ ਉਹਨਾਂ ਨੇ ਕਰਨੀ ਹੁੰਦੀ ਆ। ਕਿਵੇਂ? ਇਹਨਾਂ ਸਰਕਾਰਾਂ ਤੋਂ ਆਪਣੇ ਮਨ ਮੁਤਾਬਕ ਨੀਤੀਆਂ ਬਣਵਾ ਕੇ। ਹੁਣ ਇਹੀ ਕਾਰਨ ਹੈ ਪੰਜਾਬ ਦੇ ਲੋਕ ਜਿਹੜੇ ਆ ਥੋੜਾ ਜਿਹਾ ਇਸ ਖੇਡ ਨੂੰ ਸਮਝ ਵੀ ਰਹੇ ਨੇ ਤੇ ਨਾਲ ਦੀ ਨਾਲ ਇਹਨਾਂ ਮਲਟੀਨੈਸ਼ਨਲ ਕੰਪਨੀਆਂ ਜਾਂ ਫਿਰ ਧਨਾਡਾਂ ਦੀਆਂ ਕੰਪਨੀਆਂ ਜਿਹੜੀਆਂ ਉਹਨਾਂ ਦਾ ਵਿਰੋਧ ਵੀ ਕਰ ਰਹੇ ਨੇ। ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਵੀਡੀਓ ਦੇਖ ਸਕਦੇ ਆ ਜਿਹਦੇ ਵਿੱਚ ਸਿਮ ਪੋਰਟ ਕਰਵਾਏ ਜਾ ਰਿਹਾ। ਪੋਰਟ ਕਰਵਾਉਣ ਦਾ ਮਤਲਬ ਕਿ ਜੇ ਮੈਂ ਇੱਕ ਕਿਸੇ ਅਕਾਊਂਟ ਦਾ ਹੋਲਡਰ ਹੈਗਾ ਤੇ ਮੈਂ ਉਹ ਛੱਡਣਾ ਚਾਹੁੰਦਾ, ਮੈਂ ਕਿਸੇ ਹੋਰ 'ਚ ਜਾਣਾ ਚਾਹੁੰਦਾ ਆ, ਕੋਈ ਹੋਰ ਨੈਟਵਰਕ ਲੈਣਾ ਚਾਹੁੰਦਾ, ਤੇ ਅਸੀਂ ਪਹਿਲੇ ਨੂੰ ਛੱਡ ਦਿੰਦੇ, ਉਹਨਾਂ ਨੂੰ ਕਹਿ ਦਿੰਦੇ ਕਿ ਭਾਈ ਅਸੀਂ ਨਹੀਂ ਤੁਹਾਡੇ ਨਾਲ ਕਰਨਾ, ਸਰਵਿਸ ਮਾੜੀ ਆ ਜਾਂ ਕੋਈ ਹੋਰ ਕਾਰਨ ਹੋ ਸਕਦੇ, ਮੈਂ ਆਹ ਵਾਲਾ ਨੈਟਵਰਕ ਜਿਹੜਾ ਲੈਣ ਜਾ ਰਿਹਾ। ਫਿਰ ਉਹਨਾਂ ਦੀਆਂ ਕਾਲਾਂ ਆਉਂਦੀਆਂ ਕਿ ਤੁਸੀਂ ਪੋਰਟ ਕਿਉਂ ਕਰਵਾਉਣਾ ਚਾਹੁੰਦੇ ਆ, ਕਾਰਨ ਦੱਸੋ, ਸਮੱਸਿਆਵਾਂ ਦੱਸੋ। ਤੇ ਵੀਡੀਓ ਦੱਸਦੀਆਂ ਪਈਆਂ ਨੇ, ਉਹਨਾਂ ਦੇ ਵਿੱਚ ਪੰਜਾਬੀ ਜਿਹੜੇ ਇਹੀ ਦੱਸਦੇ ਆ ਤੁਹਾਡੇ ਜਿਹੜੇ ਕਿਸਾਨ ਮਾਰੂ ਜਿਹੜੇ ਆਰਡੀਨੈਂਸ ਨੇ, ਜਿਹੜੇ ਕਾਨੂੰਨ ਬਣ ਗਏ ਨੇ, ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ। ਤੇ ਸਾਡਾ ਵਿਰੋਧ ਕਰਨ ਦਾ ਇੱਕ ਤਰੀਕਾ ਇਹ ਵੀ ਹੈ ਕਿ ਤੁਹਾਡਾ ਨੰਬਰ ਨਹੀਂ ਅਸੀਂ ਚਲਾਉਣਾ। ਇਹ ਵੀ ਚੱਲਦਾ ਪਿਆ। ਹੁਣ ਕੱਲ ਸਿਮ ਸਾੜੀਆਂ ਗਈਆਂ ਮਾਲਵੇ ਦੇ ਵਿੱਚ, ਬਹੁਤ ਸਾਰੀਆਂ ਜੀਓ ਕੰਪਨੀ ਦੀਆਂ, ਰਿਲਾਇੰਸ ਦੇ ਪੰਪਾਂ ਦੇ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਿਹਾ ਕਿ ਭਾਈ ਇੱਥੇ ਜਿਹੜਾ ਆਊਗਾ ਇਹਨਾਂ ਨੂੰ ਦੱਸਣਾ ਹੈ ਕਿ ਅਸੀਂ ਤੁਹਾਡੇ ਖਿਲਾਫ ਹੈ, ਇਕੱਲਾ ਸਰਕਾਰ ਦੇ ਖਿਲਾਫ ਨਹੀਂ, ਅਸੀਂ ਤੁਹਾਨੂੰ ਵੀ ਜਾਣਦੇ ਹਾਂ ਕਿ ਤੁਸੀਂ ਕਿਵੇਂ ਕੰਮ ਕਰਦੇ ਹੋ। ਨਾਲ ਦੀ ਨਾਲ ਜਿਹੜਾ ਆ ਉਹ ਇਹ ਵੀ ਕਿਸਾਨਾਂ ਨੂੰ ਤਾਇਦ ਕੀਤਾ ਜਾ ਰਿਹਾ ਇਹਨਾਂ ਧਰਨਾ ਪ੍ਰਦਰਸ਼ਨਾਂ ਦੇ ਵਿੱਚ ਕਿ ਇਹਨਾਂ ਦੇ ਪੰਪ ਤੋਂ ਤੇਲ ਨਹੀਂ ਪਵਾਉਣਾ, ਇਹਨਾਂ ਦੇ ਨੈਟਵਰਕ ਇਸਤੇਮਾਲ ਨਹੀਂ ਕਰਨੇ। ਤੇ ਜਦੋਂ ਇਦਾਂ ਦੀ ਮੁਹਿੰਮ ਚੱਲੇਗੀ, ਘੱਟੋ ਘੱਟ ਇੱਕ ਗੱਲ ਕਹੀ ਜਾ ਸਕਦੀ ਕਿ ਪੰਜਾਬ ਦੇ ਜਿੰਨਾ ਇਹਨਾਂ ਦਾ ਬਿਜ਼ਨਸ ਆ, ਜਿਹੜੇ ਨਫੇ ਕਮਾਉਣ ਦੀ ਕੋਸ਼ਿਸ਼ ਕਰ ਰਹੇ ਆ, ਜੇ ਇਦਾਂ ਦੀ ਜਿਹੜੀ ਥੋੜੀ ਜਿਹੀ ਮੁਹਿੰਮ ਚੱਲ ਪੈਂਦੀ ਹੈ ਤੇ ਪੰਜਾਬ ਦੇ ਵਿੱਚ ਜੇ ਇਹਨਾਂ ਦਾ ਬਿਜ਼ਨਸ ਜਿਹੜਾ ਪਹਿਲਾਂ ਚੱਲਦਾ ਪਿਆ ਉਹ ਚੌਪਟ ਹੁੰਦਾ ਆ, ਤੇ ਮੈਨੂੰ ਲੱਗਦਾ ਕਿ ਇਹ ਫਿਰ ਇਹ ਵੀ ਦਬਾਅ ਪਾ ਸਕਦੇ ਸਰਕਾਰ ਤੇ ਕਿ ਭਾਈ ਕਰ ਦਿਓ ਕੋਈ ਤਰਮੀਮ, ਸਾਨੂੰ ਨਫਾ ਤਾਂ ਅਜੇ ਹੋਣਾ ਬਾਅਦ 'ਚ, ਜਦੋਂ ਅਸੀਂ ਇਸ ਤੁਹਾਡੇ ਕਾਨੂੰਨ ਦੇ ਮੁਤਾਬਕ ਖਰੀਦਦਾਰੀਆਂ ਕਰਨੀਆਂ ਸ਼ੁਰੂ ਕਰਾਂਗੇ। ਉੱਥੇ ਤਾਂ ਪੰਜਾਬ ਦੇ ਵਿੱਚ ਪਹਿਲਾਂ ਹੀ ਜਿਹੜਾ ਸਾਡਾ ਬਿਜ਼ਨਸ ਚੱਲਦਾ ਸੀ ਉਹ ਵੀ ਠੱਪ ਹੋਣਾ ਸ਼ੁਰੂ ਹੋ ਗਿਆ, ਉੱਥੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ। ਜੇ ਇਦਾਂ ਦੀਆਂ ਪਰਿਸਥਿਤੀਆਂ ਪੈਦਾ ਹੁੰਦੀਆਂ ਤੇ ਕਹਿ ਸਕਦੇ ਹਾਂ ਕਿ ਇਹ ਦੋ ਦਿਸ਼ਾਵੀ ਕਿਸਾਨਾਂ ਦੀ ਲੜਾਈ ਬਿਹਤਰ ਹੋ ਸਕਦੀ ਹੈ ਔਰ ਕਿਸੇ ਅੰਜਾਮ ਤੇ ਜਿਹੜਾ ਉਹ ਜਲਦੀ ਵੀ ਪਹੁੰਚ ਸਕਦੀ ਹੈ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਇਹ ਲੜਾਈ ਸਿੱਧੇ ਰਾਹ ਚੱਲਦੀ ਪਈ ਆ, ਬਸ ਬਚ ਕੇ ਰਹਿਣ ਦੀ ਜ਼ਰੂਰਤ ਹੈ, ਕਿਤੇ ਰਾਹੋਂ ਕਰਾਹੇ ਪਾਉਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕਾਮਯਾਬ ਨਾ ਹੋਣ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਦੋ ਦਿਸ਼ਾਵੀ ਜਿਹੜੀ ਲੜਾਈ ਚੱਲ ਰਹੀ ਹੈ, ਇੱਕ ਪਾਸੇ ਮੋਦੀ ਸਰਕਾਰ ਹੈ ਤੇ ਦੂਜੇ ਪਾਸੇ ਮੁਕੇਸ਼ ਅੰਬਾਨੀ ਵਰਗੇ ਜਿਹੜੇ ਧਨਾੜ ਨੇ, ਸਮਰਾਟ ਨੇ, ਉਹਨਾਂ ਵੱਲੋਂ ਵੀ ਹੁਣ ਕਿਸਾਨਾਂ ਨੇ ਮੂੰਹ ਕੀਤਾ। ਸੋ ਇੱਥੇ ਜੇ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਨੇ ਤਾਂ ਸੁਣਿਆ ਸੀ ਇੱਕ ਕਮੇਟੀ ਬਣਾਈ ਆ, ਉਹਨਾਂ ਨੇ ਕਿਹਾ ਕਿ ਆਪਣੇ ਵਰਕਰਾਂ ਨੂੰ, ਆਪਣੇ ਲੀਡਰਾਂ ਨੂੰ ਵੀ ਤੁਸੀਂ ਕਿਸਾਨਾਂ ਕੋਲ ਜਾਓ, ਕਿਸਾਨਾਂ ਨੂੰ ਜਾ ਕੇ ਸਮਝਾਓ ਕਿ ਜਿਹੜੇ ਖੇਤੀ ਆਰਡੀਨੈਂਸ ਹੁਣ ਜਿਹੜੇ ਕਾਨੂੰਨ ਬਣ ਚੁੱਕੇ ਇਹਨਾਂ ਦੇ ਕੀ ਫਾਇਦੇ ਆ। ਤੇ ਦੂਜੇ ਪਾਸੇ ਤਾਂ ਸੁਣਿਆ ਕਿ ਕਿਸਾਨਾਂ ਨੇ ਜਿਹੜੇ ਲੀਡਰਾਂ ਦਾ ਘਰੋਂ ਨਿਕਲਣਾ ਔਖਾ ਕੀਤਾ ਹੋਇਆ, ਜਾ ਜਾ ਕੇ ਘਰਾਂ 'ਚ ਘਿਰਿਆ ਜਾ ਰਿਹਾ। ਸੋ ਫਿਰ ਹਾਲਾਤ ਕੀ ਬਣਨਗੇ ਜੇ ਵਾਕਈ ਭਾਜਪਾ ਨੇ ਆਪਣੀ ਹਾਈਕਮਾਂਡ ਦੀ ਗੱਲ ਮੰਨੀ, ਜੇ ਕਿਤੇ ਸਮਝਾਉਣ ਚੱਲ ਗਿਆ ਗਲਤੀ ਨਾਲ ਹੀ। ਇਹ ਬੜਾ ਅਹਿਮ ਨੁਕਤਾ ਚੁੱਕਿਆ ਮਨਦੀਪ ਤੁਸੀਂ ਕਿ ਭਾਰਤੀ ਜਨਤਾ ਪਾਰਟੀ ਇੱਥੇ ਕਿੱਥੇ ਖੜੀ ਆ, ਕੀ ਕਰ ਰਹੀ ਹੈ, ਕਿਵੇਂ ਕਰ ਰਹੀ ਹੈ ਤੇ ਉਹਦੇ ਨਤੀਜੇ ਕੀ ਨਿਕਲ ਸਕਦੇ ਆ।
ਹੁਣ ਇੱਕ ਤੁਸੀਂ ਗੱਲ ਕੀਤੀ ਹੈ ਕਿ ਸਮਝਾਉਣ ਦੀ, ਘਰੋਂ ਘਰੀ ਜਾ ਜੀ ਕੇ ਸਮਝਾਉਣ ਦੀ ਜਾਂ ਕਿਸੇ ਤਰੀਕੇ ਨਾਲ ਮੀਟਿੰਗਾਂ ਕਰਕੇ ਸਮਝਾਉਣ ਦੀ। ਆਪਾਂ ਪਹਿਲਾਂ ਇਹਦੀ ਗੱਲ ਕਰ ਲੈਨੇ, ਘਰਾਓ ਵਾਲੀ ਬਾਅਦ ਚ ਗੱਲ। ਸਮਝਾਉਣ ਦੇ ਲਈ ਇੱਕ 8 ਮੈਂਬਰੀ ਜਿਹੜੀ ਆ ਕਮੇਟੀ ਬਣਾਈ ਆ, ਮਦਨ ਮੋਹਨ ਮਿੱਤਲ ਆ, ਮਨੋਰੰਜਨ ਕਾਲੀਆ ਦੇ ਵਿੱਚ ਹੋਰ ਕੁਝ ਲੀਡਰ ਭਾਰਤੀ ਜਨਤਾ ਪਾਰਟੀ ਨੇ ਪਾਇਆ। ਔਰ ਸਮਝਾਉਣਾ ਕਿਹਨੂੰ ਹੈ, ਸ਼ੁਰੂਆਤ ਕਿੱਥੋਂ ਹੋਣੀ ਹੈ ਮਨਦੀਪ ਜੀ? ਬੜੀ ਦਿਲਚਸਪ ਗੱਲ ਹੈ। ਸਭ ਤੋਂ ਪਹਿਲਾਂ ਇਸ ਕਮੇਟੀ ਨੇ ਸਮਝਾਉਣਾ ਹੈ ਆੜਤੀਆਂ ਨੂੰ, ਉਹਨਾਂ ਆੜਤੀਆਂ ਨੂੰ ਜਿਨ੍ਹਾਂ ਨੂੰ ਇਹਨਾਂ ਭਾਰਤੀ ਜਨਤਾ ਪਾਰਟੀ ਵਾਲਿਆਂ ਦੀ ਸਰਕਾਰ ਵਿਚੋਲੀਏ ਦੱਸਦੀ ਹੈ, ਜਿਨ੍ਹਾਂ ਨੂੰ ਇਹਨਾਂ ਵਿਚੋਲੀਆਂ ਤੋਂ ਬਾਹਰ ਕੱਢਣ ਦੇ ਲਈ, ਇਹਨਾਂ ਤੋਂ ਕਿਸਾਨਾਂ ਨੂੰ ਬਚਾਉਣ ਦੇ ਲਈ ਗੱਲ ਕੀਤੀ ਜਾਂਦੀ ਹੈ। ਤੇ ਪਿਛਲੇ ਦਿਨੀ ਜਿਹੜਾ ਆ ਉਹ ਆੜਤੀਆਂ ਨੇ ਇਸ ਗੱਲ ਦਾ ਇਤਰਾਜ਼ ਵੀ ਜਤਾਇਆ ਸੀ ਕਿ ਪ੍ਰਧਾਨ ਮੰਤਰੀ ਤੱਕ ਨੇ ਸਾਨੂੰ ਵਿਚੋਲੀਏ ਕਹਿਤਾ ਤੇ ਸਾਨੂੰ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ। ਉਹਨਾਂ ਨੂੰ ਪਹਿਲਾਂ ਸਮਝਾਉਣ ਜਾਣਾ ਆ। ਕਿਉਂ ਸਮਝਾਉਣ ਜਾਣਾ ਆ? ਕਿਉਂਕਿ ਉੱਥੇ ਤਾਂ ਫਿਰ ਭਾਈ ਤੁਹਾਡੇ ਕੋਲ ਕੇਂਦਰੀ ਏਜੰਸੀਆਂ ਵੀ ਹੈਗੀਆਂ, ਆੜਤੀਆਂ ਦਾ ਵਪਾਰ ਵੀ ਕੋਈ ਨਾ ਕੋਈ ਹੋਏਗਾ, ਤੇ ਫਿਰ ਵਪਾਰ ਦੇ ਉੱਤੇ ਕਿਸ ਤਰੀਕੇ ਨਾਲ ਕਿੱਦਾਂ ਏਜੰਸੀਆਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਡਰਾਇਆ ਧਮਕਾਇਆ ਜਾ ਸਕਦਾ, ਪ੍ਰਭਾਵ ਬਣਾਇਆ ਜਾ ਸਕਦਾ, ਜਾਂ ਕੁਝ ਹੋਰ ਸੱਚੀਓ ਹੀ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਸਕਦੀ। ਜੇ ਭਾਜਪਾ ਦੀ ਮੰਨੀਏ, ਉਹ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਜਿਨ੍ਹਾਂ ਨੂੰ ਵਿਚੋਲੀਏ ਕਿਹਾ ਸੀ, ਜਿਨ੍ਹਾਂ ਨੂੰ ਵਿੱਚੋਂ ਕੱਢਣ ਦੀ ਗੱਲ ਕੀਤੀ ਗਈ ਸੀ, ਉਹ ਕਿੰਨਾ ਕੁ ਭਾਰਤੀ ਜਨਤਾ ਪਾਰਟੀ ਦੀ ਇਸ ਕਮੇਟੀ ਤੋਂ ਸਮਝਣਗੇ ਜਾਂ ਕੀ ਸਮਝਾਉਣਗੇ ਭਾਜਪਾ ਵਾਲੇ, ਉਹਦਾ ਅਸੀਂ ਸਹਿਜੇ ਅੰਦਾਜ਼ਾ ਲਾ ਸਕਦੇ। ਸਿੱਧੇ ਕਿਸਾਨ ਕੋਲ ਨਹੀਂ ਜਾ ਰਿਹਾ ਸਮਝਾਉਣ ਦੇ ਲਈ, ਜਿਹਨੂੰ ਸਮੱਸਿਆ ਆ, ਜਿਹੜਾ ਇਸ ਵੇਲੇ ਸੜਕਾਂ ਤੇ ਉਤਰਿਆ ਹੋਇਆ, ਆੜਤੀਆਂ ਨੂੰ ਪਹਿਲਾਂ ਸਮਝਾਉਣ ਦੀ ਕੋਸ਼ਿਸ਼ ਕਰਨੀ ਆ। ਕਿਉਂਕਿ ਕੁੱਲ ਮਿਲਾ ਕੇ ਜੇ ਉਹ ਕਾਨੂੰਨ ਰੱਦ ਹੁੰਦਾ ਆ ਤੇ ਨਿਰਭਰਤਾ ਕਿਸਾਨ ਜਿਹੜਾ ਉਹ ਆੜਤੀਏ ਤੇ ਹੁੰਦਾ, ਤੇ ਫਿਰ ਆੜਤੀਆਂ ਨੂੰ ਪ੍ਰਭਾਵ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲਾ ਕੰਮ ਇਹ ਆ। ਦੂਜਾ, ਤੁਸੀਂ ਕਿਹਾ ਘਰੋਂ ਨਿਕਲਣਾ ਔਖਾ ਹੋਇਆ। ਕੱਲ ਦੀ ਗੱਲ ਕਰ ਲੈਨੇ ਆਪਾਂ। ਮਨੋਰੰਜਨ ਕਾਲੀਆ ਸਾਬਕਾ ਮੰਤਰੀ ਨੇ, ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ, ਸੋ ਉਹਨਾਂ ਦੇ ਘਰ ਦਾ ਘਿਰਾਓ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ। ਇਹਦੇ ਤੋਂ ਇਲਾਵਾ ਹੰਸਰਾਜ ਹੰਸ ਦੇ ਘਰ ਦਾ ਘਿਰਾਓ ਕੀਤਾ ਗਿਆ। ਰਾਜ ਗਾਇਕ ਵੀ ਹੈ। ਹੁਣ ਕਾਹਦਾ ਰਾਜ ਗਾਇਕ? ਸਿੱਧੇ ਤੌਰ ਤੇ ਕਹਿ ਲਈਏ ਕਿ ਜੇ ਰਾਜ ਦੇ ਵਿੱਚ ਉਹਨੂੰ ਰਾਜ ਗਾਇਕ ਬਣਾਇਆ ਗਿਆ, ਤੇ ਜੇ ਉਹਦਾ ਗਾਣ ਗਾਉਣ ਦੀ ਬਜਾਏ, ਉਹਦੀ ਗੱਲ ਕਰਨ ਦੀ ਬਜਾਏ ਉਹਦੇ ਬੁੱਲਾਂ ਤੇ ਸੱਤਾ ਦੇ ਗੀਤ ਗੂੰਜਦੇ ਆ, ਤੇ ਮਾਫ ਕਰਨਾ, ਸਾਨੂੰ ਰਾਜ ਗਾਇਕ ਕਹਿਣ ਦੇ ਉੱਤੇ ਇਸ ਰਾਜ ਗਾਇਕ ਅਹੁਦੇ ਨੂੰ ਨੀਵਾਂ ਕਰਨ ਵਾਲੀ ਗੱਲ ਲੱਗਦੀ ਹੈ। ਇੱਥੇ ਅਸੀਂ ਉਹਨੂੰ ਇਹ ਵੀ ਕਹਿਣਾ ਜਿਹੜਾ ਉਹ ਮੁਨਾਸਬ ਨਹੀਂ ਸਮਝਦੇ। ਸੋ ਉਹਦੇ ਘਰ ਦਾ ਵੀ ਘਿਰਾਓ ਕੀਤਾ ਗਿਆ ਸਿੱਧੇ ਤੌਰ ਤੇ। ਇਹਦੇ ਨਾਲ ਇੱਕ ਗੱਲ ਹੋਰ ਵੀ ਹੈ, ਇੱਕ ਸਾਂਝੀ ਕਮੇਟੀ ਬਣੀ ਹੈ ਨਾ ਕਲਾਕਾਰਾਂ ਦੀ ਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ, 14 ਮੈਂਬਰਾਂ ਦੀ ਸਾਂਝੀ ਕਮੇਟੀ ਆ। ਉਸ ਕਮੇਟੀ ਨੇ ਵੀ ਇਹ ਫੈਸਲਾ ਕਰ ਲਿਆ ਕਿ ਇਹ ਦੋਨਾਂ ਦਾ ਬਾਈਕਾਟ ਤਾਂ ਸਮਝ ਲਓ ਹੋ ਗਿਆ, ਸੰਨੀ ਦਿਓਲ ਤੇ ਹੰਸਰਾਜ ਹੰਸ। ਕੱਲ ਜੇ ਕਿਸੇ ਕਲਾਕਾਰ ਨੇ ਭਾਰਤੀ ਜਨਤਾ ਪਾਰਟੀ ਦੀ ਹਮਾਇਤ ਕੀਤੀ, ਇਹਨਾਂ ਆਰਡੀਨੈਂਸਾਂ ਦਾ ਪੱਖ ਪੂਰਨ ਦੀ ਕੋਸ਼ਿਸ਼ ਕੀਤੀ, ਤੇ ਮਾਫ ਕਰਨਾ, ਉਹ ਕਹਿੰਦੇ ਅਸੀਂ ਉਹਦਾ ਵੀ ਬਾਈਕਾਟ ਕਰਨਾ। ਫਿਰ ਧਿਆਨ ਰੱਖਿਓ ਇਸ ਗੱਲ ਦਾ, ਇਹ ਹੁਣ ਪਤਾ ਲੱਗੇਗਾ ਕਿ ਕੌਣ ਕਿਹੜੇ ਪਾਸੇ ਖੜਾ ਆ। ਸੋ ਇਹਨਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦਾ ਘਰੋਂ ਨਿਕਲਣਾ ਸੱਚੀ ਵੀ ਮੁਸ਼ਕਲ ਕਰ ਦਿੱਤਾ ਹੈ ਕਿਸਾਨ ਜਥੇਬੰਦੀਆਂ ਨੇ। ਧਰਨੇ ਪ੍ਰਦਰਸ਼ਨ ਕੀਤੇ ਜਾ ਰਿਹਾ, ਰੋਸ ਮੁਜ਼ਾਹਰੇ ਕੀਤੇ ਜਾ ਰਿਹਾ, ਕਹਿ ਸਕਦੇ ਕਿ ਹਾਲ ਪਾ ਰਿਹਾ ਇਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਪਾਈ ਜਾ ਰਹੀ ਹੈ। ਸੋ ਇਹ ਪਰਿਸਥਿਤੀਆਂ ਨੇ। ਹੁਣ ਔਖਾ ਹੋਇਆ ਇਹਨਾਂ ਦਾ ਘਰੋਂ ਨਿਕਲਣਾ। ਸਮਝਾਉਣਾ ਕਿਵੇਂ ਆ? ਕਿੱਧਰ ਦੀ ਨਿਕਲ ਕੇ, ਪਿਛਲੇ ਦਰਵਾਜ਼ੇ ਵੀ ਹੁੰਦੇ ਇਹਨਾਂ ਦੇ ਘਰਾਂ ਦੇ, ਉੱਥੋਂ ਨਿਕਲ ਜਾਂਦੇ ਆ, ਪਰ ਨਿਕਲਣਾ ਆਪਣੇ ਘਰਾਂ ਚੋਂ ਇਹਨਾਂ ਨੇ ਪਿਛਲੇ ਦਰਵਾਜ਼ਿਆਂ ਥਾਣੀ ਆ। ਤੇ ਜਿਨ੍ਹਾਂ ਨੂੰ ਸਮਝਾਉਣ ਜਾਣਾ ਆ, ਉਹਨਾਂ ਦੇ ਪਿਛਲੇ ਦਰਵਾਜ਼ੇ ਨਹੀਂ ਆ, ਉਹਨਾਂ ਦੇ ਫਰੰਟ ਡੋਰ ਹੀ ਹੁੰਦੀ ਹੈ, ਸਾਹਮਣੇ ਵਾਲਾ ਦਰਵਾਜ਼ਾ ਹੀ ਹੁੰਦਾ। ਤੇ ਸਾਹਮਣੇ ਵਾਲੇ ਦਰਵਾਜ਼ੇ ਦੇ ਉੱਤੇ ਗੇਟ ਨਾਲ ਜਾਂ ਫਿਰ ਕਹਿ ਸਕਦੇ ਹਾਂ ਕਿ ਚੁਗਾਠ ਨਾਲ ਕਿਤੇ ਨਾ ਕਿਤੇ ਕਾਲੀ ਝੰਡੀ ਲੱਗੀ ਹੋਈ ਨਜ਼ਰ ਆ ਸਕਦੀ ਇਹਨਾਂ ਨੂੰ। ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਾਲਾ ਝੰਡਾ ਲੱਗਾ ਹੋਇਆ ਨਜ਼ਰ ਆ ਸਕਦਾ। ਤੇ ਇਹ ਵੀ ਹੋ ਸਕਦਾ ਕਿ ਉੱਥੇ ਜੰਦਰਾ ਲੱਗਾ ਹੋਵੇ, ਕਿਉਂਕਿ ਕਿਸਾਨ ਧਰਨਿਆਂ ਤੇ ਬੈਠਾ ਹੋਣਾ ਆ। ਉਹ ਹੋ ਸਕਦਾ ਆਪਣੇ ਪੂਰੇ ਪਰਿਵਾਰ ਨਾਲ ਜਾ ਕੇ ਧਰਨੇ ਤੇ ਬੈਠਾ ਹੋਵੇ ਤੇ ਜਿੰਦਾ ਲਾਇਆ ਹੋਵੇ, ਤੇ ਇਹਨਾਂ ਨੂੰ ਬੜੇ ਬੇਆਬਰੂ ਹੋ ਕੇ ਲੌਟੇ ਤੇਰੇ ਕੂਚੇ ਸੇ ਇਦਾਂ ਵਾਪਸ ਫਿਰ ਆਪਣੇ ਪਿਛਲੇ ਦਰਵਾਜ਼ੇ ਘਰ ਦੇ ਵਿੱਚ ਐਂਟਰ ਕਰਨਾ ਪਵੇ। ਸੋ ਪਰਿਸਥਿਤੀਆਂ ਪੰਜਾਬ ਦੇ ਵਿੱਚ ਤਾਂ ਭਾਰਤੀ ਜਨਤਾ ਪਾਰਟੀ ਦੀਆਂ ਬਹੁਤ ਔਖੀਆਂ ਨੇ, ਪਰ ਕਿਉਂਕਿ ਉੱਪਰ ਜਿਹੜੇ ਬੈਠੇ ਆ ਨਾ, ਉਹ ਜ਼ਿੱਦੀ ਹੋ ਚੁੱਕੇ ਆ, ਉਹ ਤਾਨਾਸ਼ਾਹ ਹੋ ਚੁੱਕਿਆ। ਉਹਨਾਂ ਨੂੰ ਇਹ ਲੱਗਦਾ ਕਿ ਸਾਰੀ ਸਮਝ ਤਮਾਮ ਦੁਨੀਆ ਦੀ ਉਹਨਾਂ ਨੂੰ ਹੀ ਮਿਲ ਗਈ ਆ, ਬਾਕੀ ਸਾਰੀ ਦੁਨੀਆ ਤਾਂ ਮੂਰਖ ਆ, ਇਸ ਕਰਕੇ ਵਿਰੋਧ ਪ੍ਰਦਰਸ਼ਨ ਕਰਦੀ ਪਈ ਆ। ਸਾਨੂੰ ਜ਼ਿਆਦਾ ਪਤਾ ਆ, ਅਸੀਂ ਜ਼ਿਆਦਾ ਕਿਸਾਨ ਹਿਤੈਸ਼ੀ ਆ, ਇਸ ਕਰਕੇ ਜਿਹੜਾ ਅਸੀਂ ਜਿਹੜੀ ਗੱਲ ਕਰਤੀ ਉਹ ਕਰਕੇ ਰਹਿਣਾ ਆ। ਪਰ ਵਾਪਸ ਕਿਉਂ ਨਹੀਂ ਲੈ ਰਹੇ ਕਾਨੂੰਨ? ਕਿਉਂ ਨਹੀਂ ਰੋਕ ਰਿਹਾ ਇਸ ਸਭ ਨੂੰ ਕਰਨ ਤੋਂ? ਕਿਉਂਕਿ ਜਿਨ੍ਹਾਂ ਨੇ ਉਹ ਜਹਾਜ਼ ਦਿੱਤੇ ਸੀ ਨਾ ਰੈਲੀਆਂ ਲਈ ਕਿ ਇੱਥੋਂ ਉੱਥੇ ਉੜ ਕੇ ਚੱਲਿਓ ਤੇ ਕਰ ਲਓਗੇ, ਸਮਾਂ ਤੁਹਾਡਾ ਬਚ ਜਾਏਗਾ, ਉਹ ਹੁਣ ਇੱਕ ਜਹਾਜ਼ ਦੇ 10 ਜਹਾਜ਼ ਬਣਾਉਣੇ ਆ ਉਹਨਾਂ ਨੇ। ਇਸ ਕਰਕੇ ਉਹਨਾਂ ਦਾ ਕਹਿ ਸਕਦੇ ਕਿ ਦਾਅਵਾ ਆ ਕਿ ਭਾਈ ਜਿਵੇਂ ਮਰਜ਼ੀ ਕਰੋ,
ਸਾਨੂੰ ਤਾਂ ਆਹ ਚੀਜ਼ ਚਾਹੀਦੀ ਹੈ, ਤੇ ਉਹ ਪੂਰਾ ਕਰਨ ਦੇ ਲਈ ਹੁਣ ਇਸ ਤਰੀਕੇ ਨਾਲ ਜਿਹੜਾ ਉਹ ਪੈਂਤੜੇਬਾਜ਼ੀਆਂ ਕੀਤੀਆਂ ਜਾ ਰਹੀਆਂ ਨੇ। ਪਰ ਮੁਸ਼ਕਲ ਹੈ, ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਿਸਾਨਾਂ ਨੂੰ ਜਾਂ ਫਿਰ ਜਿਹੜੇ ਆੜਤੀਆਂ ਨੂੰ ਸਮਝਾਉਣ ਦੀ ਗੱਲ ਕਰਦੇ ਆ, ਸਮਝਾ ਲੈਣਗੇ। ਇਹ ਵੀ ਹੋ ਸਕਦਾ ਕਿ ਜੀ ਦੋ ਚਾਰ ਆੜਤੀ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਆਈਡੀਓਲੋਜੀ ਨਾਲ ਸੰਬੰਧ ਰੱਖਦੇ ਨੇ ਜਾਂ ਪਿਛੋਕੜ ਉਹਨਾਂ ਦਾ RSS ਨਾਲ ਜੁੜਿਆ ਹੋਵੇ, ਉਹ ਹੈਗੇ ਤਾਂ ਹੁਣ ਵੀ ਭਾਰਤੀ ਜਨਤਾ ਪਾਰਟੀ ਨਾਲ ਆ, ਬੋਲਦੇ ਨਹੀਂ ਹੋਣਗੇ। ਉਹ ਮੁੜ ਕੇ ਥੋੜਾ ਬਹੁਤਾ ਖੁੱਲ ਕੇ ਬੋਲਣਾ ਸ਼ੁਰੂ ਕਰ ਦੇਣਗੇ ਤੇ ਭਾਜਪਾ ਕਹੇਗੀ ਦੇਖਿਆ ਅਸੀਂ ਸਮਝਾ ਲਿਆ ਨਾ 2-4 ਨੂੰ, ਹੌਲੀ ਹੌਲੀ ਸਾਰਿਆਂ ਨੂੰ ਸਮਝਾ ਲਾਂਗੇ। ਸੋ ਕੁੱਲ ਮਿਲਾ ਕੇ ਕਹਿ ਲਈਏ ਕਿ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ, ਪਰ ਕੋਸ਼ਿਸ਼ਾਂ ਅਜੇ ਇਹਨਾਂ ਸਿਆਸੀ ਧਿਰਾਂ ਦੀਆਂ ਕਾਮਯਾਬ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ। ਅਜੇ ਤਾਂ ਕਿਸਾਨ ਅੰਦੋਲਨ ਬੋਲਦਾ ਆ, ਤੇ ਜਿੰਨੀ ਦੇਰ ਤੱਕ ਕਿਸਾਨ ਅੰਦੋਲਨ ਬੋਲਦਾ ਰਹੇਗਾ, ਕਿਸਾਨ ਇੰਜ ਆਵਾਜ਼ ਬੁਲੰਦ ਕਰਦਾ ਰਹੇਗਾ, ਸੱਤਾ ਦੀ ਆਵਾਜ਼ ਨੂੰ ਗੌਣ ਹੋਣ ਤੋਂ ਕੋਈ ਨਹੀਂ ਰੋਕ ਸਕਦਾ। ਜੀ ਬਿਲਕੁਲ। ਮੇਰੇ ਖਿਆਲ ਨਾਲ ਸੱਤਾ ਦੇ ਵਿੱਚ ਜਾ ਕੇ, ਕਿਉਂਕਿ ਤੁਸੀਂ ਜਿਵੇਂ ਹੰਸਰਾਜ ਹੋਣਾ ਦੀ ਗੱਲ ਕੀਤੀ ਸੀ ਕਿ ਦਰਬਾਰੀ ਰਾਜਗਾਇਕ ਜਦੋਂ ਤੁਸੀਂ ਕਿਹਾ ਸੀਗਾ, ਮੇਰੇ ਖਿਆਲ ਨਾਲ ਇਸ ਵਕਤ ਇੱਕ ਲਕੀਰ ਖਿੱਚੀ ਗਈ ਹੈ, ਇੱਕ ਸੱਤਾ ਵਾਲੇ ਪਾਸੇ ਔਰ ਇੱਕ ਕਿਸਾਨਾਂ ਵਾਲੇ ਪਾਸੇ, ਔਰ ਸ਼ਾਇਦ ਇਹਦੇ ਵਿਚਕਾਰ ਕੋਈ ਗੋਲ-ਮੋਲ ਗੱਲ ਕਰਨ ਦੀ ਸ਼ਾਇਦ ਕੋਈ ਜਿਹੜੀ ਰਾਹ ਆ ਜਾਂ ਤਰਕੀਬ ਹੈ ਉਹ ਨਹੀਂ ਬਚਦੀ। ਬਿਲਕੁਲ, ਦਰਬਾਰੀ ਗਾਇਕ ਦੀ ਤੁਸੀਂ ਗੱਲ ਕੀਤੀ ਆ, ਮਾਫ ਕਰਨਾ ਗਾਇਕੀ ਦੇ ਵਿੱਚ ਰਾਗ ਵੀ ਹੁੰਦਾ ਇੱਕ ਦਰਬਾਰੀ, ਜਿੱਦਾਂ ਪਹਾੜੀ ਜੀ ਰਾਗ ਹੁੰਦਾ ਆ, ਬਸੰਤ ਰਾਗ ਹੁੰਦਾ ਹੈ, ਇਦਾਂ ਹੀ ਦਰਬਾਰੀ ਰਾਗ ਵੀ ਹੁੰਦਾ ਹੈ। ਇਹ ਦਰਬਾਰੀ ਰਾਗ ਗਾਉਣ ਲੱਗ ਪਏ ਆ। ਸੋ ਇਹ ਇਸ ਜੀ ਕਰਕੇ ਸਿੱਧੇ ਤੌਰ ਤੇ ਕਹਿ ਸਕਦੇ ਕਿ ਆਰ ਪਾਰ ਦੀ ਲੜਾਈ ਦੇ ਵਿੱਚ ਹੈ। ਹੁਣ ਆਰ ਪਾਰ ਦੀ ਲੜਾਈ ਹੈ ਕਿਉਂ ਆ? ਜੇ ਤਾਂ ਕੋਈ ਛੋਟੀ ਮੋਟੀ ਚੀਜ਼ ਹੁੰਦੀ ਆ, ਥੋੜੀ ਬਹੁਤੀ ਕੋਈ ਮੰਗ ਹੁੰਦੀ, ਤਾਂ ਉਹਦੇ ਵਿੱਚ ਕਈ ਵਾਰੀ ਥੋੜਾ ਬਹੁਤਾ ਇੱਧਰ ਉੱਧਰ ਹੋ ਜਾਂਦੀਆਂ ਨੇ ਗੱਲਾਂ। ਪਰ ਇੱਥੇ ਤਾਂ ਭਾਈ ਕੱਲ ਭਵਿੱਖ ਤੁਹਾਡਾ ਬੈਠਾ, ਤੁਹਾਡੇ ਬੱਚਿਆਂ ਦਾ ਭਵਿੱਖ ਬੈਠਾ ਆ। ਹੁਣ ਪਤਾ ਆ ਕਿਸਾਨ ਨੂੰ ਕਿ ਮੇਰੇ ਕੋਲ ਜਿਹੜੇ 4 ਸਿਆੜ ਹੈਗੇ ਆ, ਜੇ ਉਹਨਾਂ ਦੇ ਉੱਤੇ ਮੈਂ ਅੱਜ ਖੇਤੀ ਕਰਦਾ ਆ, ਤੇ ਭਾਵੇਂ ਥੋੜਾ ਆਉਂਦਾ ਭਾਵੇਂ ਬਹੁਤਾ ਆਉਂਦਾ ਆ, ਪਰ ਘੱਟੋ ਘੱਟ ਮੇਰੀ ਜ਼ਿੰਦਗੀ ਵੀ ਚੱਲਦੀ ਆ ਉਹਦੇ ਨਾਲ, ਮੇਰੀ ਰੂਟੀਨ ਵੀ ਚੱਲਦੀ ਹੈ, ਨਾਲ ਦੀ ਨਾਲ ਮੇਰੇ ਕੱਲ ਬੱਚਿਆਂ ਦਾ ਵੀ ਭਵਿੱਖ ਉਹਦੇ ਤੇ ਨਿਰਭਰ ਆ। ਉਹਨੂੰ ਇਹ ਵੀ ਪਤਾ ਕਿ 4 ਸਿਆੜਾਂ ਦੇ ਵਿੱਚੋਂ ਜੇ ਬਹੁਤੀ ਤੰਗੀ ਤੁਰਸ਼ੀ ਹੋਈ ਤੇ ਇੱਕ ਅੱਧਾ ਸਿਆੜ ਗਹਿਣੇ ਰੱਖ ਕੇ ਜਾਂ ਵੇਚ ਕੇ ਮੈਂ ਆਪਣੇ ਕਿਸੇ ਬਾਲ ਬੱਚੇ ਨੂੰ ਵਿਦੇਸ਼ ਭੇਜ ਦਾਂਗਾ, ਉਹ ਮਿਹਨਤ ਕਰੇਗਾ, ਉਹ ਕੰਮ ਕਰੇਗਾ, ਚਲੋ ਮੁੜ ਕੇ ਸਿਆੜ ਮੁੜ ਕੇ ਫੇਰ ਖਰੀਦਿਆ ਜਾ ਸਕਦਾ, ਘੱਟੋ ਘੱਟ ਭਵਿੱਖ ਬਿਹਤਰ ਰਹੇਗਾ। ਪਰ ਜਿਹੜੀਆਂ ਪ੍ਰਸਥਿਤੀਆਂ ਇਹਨਾਂ ਕਾਨੂੰਨਾਂ ਦਾ ਕਰਕੇ ਬਣਦੀਆਂ ਨਜ਼ਰ ਆ ਰਹੀਆਂ ਨੇ, ਉਹਨੂੰ ਇਸ ਗੱਲ ਦਾ ਖੌਫ ਆ, ਖਦਸ਼ਾ ਆ ਕਿ ਉਹ ਜਿਹੜੇ 4 ਸਿਆੜ ਉਹਦੇ ਕੋਲ ਹੈਗੇ ਆ, ਉਹ ਵੀ ਉਹਦੇ ਕੋਲੋਂ ਖੁੱਸ ਜਾਣੇ ਆ, ਤੇ ਕੱਲ ਨਾ ਤਾਂ ਬੱਚਿਆਂ ਲਈ ਕੁਝ ਕਰ ਪਾਏਗਾ, ਨਾ ਆਪਣੇ ਲਈ ਕੁਝ ਕਰ ਪਾਏਗਾ, ਤੇ ਫਿਰ ਭਵਿੱਖ ਹਨੇਰੇ 'ਚ ਹੈ। ਜਿੱਥੇ ਉਹ ਮਾਲਕ ਬਣ ਕੇ ਘੁੰਮਦਾ, ਜਿੱਥੇ ਸਰਦਾਰ ਬਣ ਕੇ ਘੁੰਮਦਾ ਹੈ ਨਾ, ਫਿਰ ਉੱਥੇ ਨੌਕਰ ਬਣ ਕੇ ਰਹਿ ਜਾਏਗਾ, ਮਜ਼ਦੂਰ ਬਣ ਕੇ ਰਹਿ ਜੀ ਜਾਏਗਾ। ਸੁਰਜੀਤ ਪਾਤਰ ਦਾ ਇੱਕ ਸ਼ੇਰ ਆ, ਉਹ ਬੜਾ ਦਿਲਚਸਪ ਤੇ ਖੂਬਸੂਰਤ ਸ਼ੇਰ ਆ। ਜਿਹੜੀਆਂ ਇਸ ਵੇਲੇ ਪ੍ਰਸਥਿਤੀਆਂ ਨੇ, ਮੈਨੂੰ ਲੱਗਦਾ ਕਿ ਮਾਨਸਿਕ ਦਸ਼ਾ ਜਾਂ ਜਿੱਦਾਂ ਦੀ ਦਿਸ਼ਾ ਸਰਕਾਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ, ਉਹਦੇ ਤੇ ਬੜਾ ਠੀਕ ਢੁਕਦਾ ਆ। ਉਹ ਕਹਿੰਦਾ ਹੈ ਕਿ ਪਿੰਡ ਜਿਨ੍ਹਾਂ ਦੇ ਗੱਡੇ ਚੱਲਦੇ, ਚੌਧਰ ਤੇ ਸਰਦਾਰੀ, ਸ਼ਹਿਰ ਦੇ ਜੀ ਵਿੱਚ ਆ ਬਣ ਜਾਂਦੇ ਨੇ ਬੱਸ ਦੀ ਇੱਕ ਸਵਾਰੀ। ਇਹ ਹੋਣ ਜਾ ਰਿਹਾ। ਹੁਣ ਜਿਹੜੇ ਸਰਦਾਰ ਕਹਾਉਂਦੇ ਆ ਆਪਣੇ ਆਪ ਨੂੰ, ਜਿਨ੍ਹਾਂ ਦੀ ਚੌਧਰ ਚੱਲਦੀ ਆ ਆਪਣੇ, ਭਾਵੇਂ ਥੋੜੀ ਜ਼ਮੀਨ ਹੈ ਤੇ ਭਾਵੇਂ ਬਹੁਤੀ, ਪਰ ਗਿਣਿਆ ਸਰਦਾਰ ਹੀ ਜਾਂਦਾ ਆ ਉਸ ਜ਼ਮੀਨ ਦੇ ਵਿੱਚ ਖੜਿਆ, ਗਿਣਿਆ ਮਾਲਕ ਹੀ ਜਾਂਦਾ। ਤੇ ਸ਼ਹਿਰ ਦੇ ਵਿੱਚ ਜਿੱਦਾਂ ਪਿੰਡ ਦਾ ਬੰਦਾ ਸਿਰਫ ਇੱਕ ਬੱਸ ਦੀ ਸਵਾਰੀ ਬਣ ਕੇ ਰਹਿ ਜਾਂਦਾ। ਮਾਫ ਕਰਨਾ, ਫਿਰ ਜੇ ਆਹ ਕੁਝ ਹੋ ਗਿਆ ਨਾ, ਤੇ ਕਿਸਾਨ ਜਾਣਦਾ ਕਿ ਮੈਂ ਇੱਕ ਸਵਾਰੀ ਬਣ ਕੇ ਰਹਿ ਜਾਣਾ, ਮਜ਼ਦੂਰ ਬਣ ਕੇ ਰਹਿ ਜਾਣਾ, ਫਿਰ ਉਹ ਚੌਧਰ ਚੂਧਰ ਕਿਤੇ ਨਹੀਂ ਰਹਿਣੀ। ਆ ਜਿਹੜੀ ਮੁੱਛ ਕੁੰਡੀ ਕਰਕੇ ਕਈ ਵਾਰੀ ਘੁੰਮਦਾ ਹੈ ਨਾ ਵਿਆਹਾਂ ਸ਼ਾਦੀਆਂ ਦੇ ਵਿੱਚ, ਤੇ ਕਈ ਵਾਰੀ ਪਿੰਡ ਦੇ ਵਿੱਚ ਵੀ ਪੰਚਾਇਤ ਹੋਵੇ, ਤੇ ਜਿਹਦੇ ਕੋਲ 4 ਸਿਆੜ ਵੱਧ ਹੁੰਦੇ ਆ, ਉਹਦੀ ਮੁੱਛ ਥੋੜੀ ਜਿਹੀ ਜ਼ਿਆਦਾ ਤਾਂ ਨੂੰ ਹੁੰਦੀ ਹੈ। ਜਿਹੜੇ ਠੀਕ ਠਾਕ ਹੋਵੇ, ਉਹਦੀ ਮੁੱਛ ਹੁੰਦੀ ਤਾਂ ਨੂੰ ਆ, ਭਾਵੇਂ ਥੋੜੀ ਘੱਟ ਹੋਵੇ, ਤੇ ਫਿਰ ਉਹ ਸਾਰਾ ਜੀ ਕੁਝ ਨਹੀਂ ਕੀਤਾ ਜਾਣਾ, ਤੇ ਫਿਰ ਮਜ਼ਦੂਰ ਬਣ ਕੇ ਧੌਣ ਨੀਵੀਂ ਰੱਖਣੀ ਪੈਣੀ ਹੈ। ਤੇ ਪੰਜਾਬੀ ਧੌਣ ਨੀਵੀਂ ਰੱਖ ਕੇ ਜੂਣਾ ਜਾਣਦੇ ਨਹੀਂ, ਤਾਂ ਸਿੱਧੇ ਤੌਰ ਤੇ ਕਹਿੰਦੇ 2 ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ। ਸੋ ਇਸੇ ਕਰਕੇ ਆਰ ਪਾਰ ਦੀ ਲੜਾਈ ਹੈ, ਤੇ ਨਤੀਜੇ ਵੱਲ ਵੱਧਦੀ ਵੀ ਨਜ਼ਰ ਆ ਰਹੀ ਹੈ, ਤੇ ਵਧੇਗੀ ਵੀ, ਉਮੀਦ ਰੱਖਦੇ ਹਾਂ ਅਸੀਂ। ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਪੰਜਾਬੀ ਧੌਣ ਨੀਵੀਂ ਕਰਕੇ ਨਹੀਂ ਜਿਉਂਦੇ ਜਾਂ 2 ਪਰ ਘੱਟ ਤੁਰਨਾ, ਇਹ ਜੇਕਰ ਤੁਸੀਂ ਦੇਖੋ ਤਾਂ ਵਿਦੇਸ਼ਾਂ ਜਾ ਕੇ ਵੀ ਪੰਜਾਬੀਆਂ ਨੇ ਇਹ ਆਪਣੀ ਪੈੜ ਛੱਡੀ ਨਹੀਂ ਔਰ ਇਸ ਪੈੜ ਤੇ ਚੱਲ ਰਹੇ ਨੇ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਜਿੰਨੀ ਮਿਹਨਤ ਸਾਡੇ ਪੰਜਾਬੀਆਂ ਨੇ ਕੀਤੀ ਹੈ, ਕਹਿ ਸਕਦੇ ਹਾਂ ਕਿ ਜੇ ਪੰਜਾਬ ਬਚਿਆ ਹੈ ਨਾ, ਤੇ ਉਹਨਾਂ ਜੀ ਪ੍ਰਵਾਸੀ ਪੰਜਾਬੀਆਂ ਦੀ ਮਿਹਨਤ ਸਦਕਾ ਬਚੀ ਹੈ। ਕਿਉਂਕਿ ਉਹਨਾਂ ਨੇ ਇੱਥੇ ਆਣ ਕੇ 18-18 ਘੰਟੇ, 20-20 ਘੰਟੇ, ਇਹਦੇ ਨਾਲੋਂ ਵੱਧ ਵੀ ਕਈਆਂ ਨੇ ਕੁਝ ਸਮਾਂ ਜਿਹੜਾ ਉਹ ਕੰਮ ਕੀਤਾ ਹੋਏਗਾ। ਤੇ ਉਹ ਕੀ ਕਰਦੇ ਆ, ਫਿਰ ਮਿਹਨਤਾਂ ਕਰਦੇ ਆ, ਦਿਨ ਰਾਤ ਇੱਕ ਕਰਕੇ ਜਿਹੜਾ ਹੈ ਉਹ ਪੈਸੇ ਇੱਧਰ ਪੰਜਾਬ ਭੇਜਦੇ, ਜਾਂ ਆਪ ਵੀ ਜਦੋਂ ਆਉਂਦੇ ਆ ਖੁੱਲਾ ਖਰਚਾ ਕਰਦੇ ਆ,
ਕਿਤੇ ਸ਼ਾਪਿੰਗ ਕਰ ਲਈ, ਕਿਤੇ ਕੋਈ ਫੰਕਸ਼ਨ ਰੱਖ ਲਿਆ ਘਰ ਦੇ ਵਿੱਚ, ਇਹਦੇ ਨਾਲ ਪੰਜਾਬ ਦੀ ਅਰਥ ਵਿਵਸਥਾ ਚਲਾਇਮਾਨ ਰਹਿੰਦੀ ਆ। ਫਿਰ ਜੀ ਕਿਸੇ ਸਕੂਲ ਨੂੰ ਦਾਨ ਕਰਤਾ, ਪਿੰਡ ਕਬੱਡੀ ਦਾ ਟੂਰਨਾਮੈਂਟ ਕਰਵਾਤਾ, ਪਿੰਡ ਦੀ ਜ਼ਰੂਰਤ ਜਿਹੜੀ ਹੈਗੀ ਆ ਉਹ ਕਿਤੇ ਨਾ ਕਿਤੇ ਪੂਰੀ ਕਰਤੀ ਕਿ ਭਾਈ ਇੱਥੇ ਗਲੀ ਬਣਾਉਣ ਦੀ ਲੋੜ ਆ ਚੱਕੋ ਸਾਡੇ ਵੱਲੋਂ ਇੰਨਾ ਦਾਨ ਆ ਜਾਂਦਾ, ਸੀਵਰੇਜ ਪਵਾਉਣਾ ਆ ਚੱਕੋ ਸਾਡੇ ਵੱਲੋਂ ਇੰਨਾ ਦਾਨ ਆ ਜਾਂਦਾ, ਕਿਉਂਕਿ ਸਰਕਾਰਾਂ ਕੀ ਕਰਦੀਆਂ ਨੇ ਉਹ ਅਸੀਂ ਸਾਰੇ ਜਣੇ ਜਾਣਦੇ ਹਾਂ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਪੰਜਾਬ ਦੇ ਅਜੇ ਤੱਕ ਬਚੇ ਰਹਿਣ ਦਾ ਸਬੱਬ ਜਿਹੜੀਆਂ ਉਹ ਬਣੀਆਂ ਹੋਈਆਂ ਨੇ। ਨਹੀਂ ਤਾਂ ਜਿੰਨਾ ਕੁ ਬਰਬਾਦ ਸਾਡੇ ਲੀਡਰਾਂ ਨੇ ਪੰਜਾਬ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ, ਜਿੰਨਾ ਕੁ ਪੰਜਾਬ ਦੇ ਵਿੱਚ ਇੱਥੇ ਜਿਹੜਾ ਆਪਣਾ ਢਿੱਡ ਭਰਨ ਵਾਲਿਆਂ ਨੇ ਇਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ, ਹੁਣ ਤਾਂ ਕਦੋਂ ਦਾ ਹੀ ਪੰਜਾਬ ਉੱਜੜ ਪੁੱਜੜ ਗਿਆ ਹੋਣਾ ਸੀਗਾ। ਇਹ ਤਾਂ ਕਹਿ ਸਕਦੇ ਆ ਕਿ ਗੁਰੂ ਸਾਹਿਬਾਨ ਦਾ ਆਸਰਾ ਆ, ਓਟ ਹੈ, ਇਹ ਜ਼ਮੀਨ ਉਹ ਉਹਨਾਂ ਦੇ ਪੈਰਾਂ ਦੀ ਛੋਹ ਪ੍ਰਾਪਤ ਹੈ, ਇਸ ਕਰਕੇ ਕੁਝ ਬਚ ਬਚਾ ਹੋ ਗਿਆ। ਤੇ ਕੁਝ ਸਾਡੇ ਪੰਜਾਬੀ ਭਰਾਵਾਂ ਨੇ ਵਿਦੇਸ਼ਾਂ ਦੇ ਵਿੱਚ ਹੱਡ ਭੰਨਵੀਂ ਮਿਹਨਤ ਕਰਕੇ ਜਿਹੜਾ ਪੈਸਾ ਇੱਧਰ ਭੇਜਿਆ ਜਾਂ ਇੱਥੇ ਆਣ ਕੇ ਜਿਹੜੇ ਖਰਚੇ ਕੀਤੇ ਉਹਨਾਂ ਦਾ ਕਰਕੇ ਪੰਜਾਬ ਬਚਿਆ ਹੋਇਆ। ਵਰਨਾ ਨਾ ਤਾਂ ਦਿੱਲੀ ਨੇ ਕੋਈ ਕੋਰ ਕਸਰ ਛੱਡੀ ਸੀਗੀ ਪੰਜਾਬ ਨੂੰ ਰੁੰਡ ਮਰੁੰਡ ਕਰਨ ਦੀ, ਤੇ ਨਾ ਸਾਡੇ ਆਪਣਿਆਂ ਨੇ ਛੱਡੀ ਸੀ। ਜੀ ਬਿਲਕੁਲ। ਅੱਛਾ ਜਸਵੀਰ ਜੀ, ਇਸ ਤੋਂ ਅੱਗੇ ਜਾ ਕੇ ਜੇ ਆਪਾਂ ਥੋੜ੍ਹੀ ਜਿਹੀ ਗੱਲ ਕਰੀਏ ਕਿ ਅਕਾਲੀ ਦਲ ਵੱਲੋਂ ਵੀ ਜਿਹੜੀ ਆਪਣੀ ਇੱਕ ਟਰੈਕਟਰ ਰੈਲੀ ਸ਼ੁਰੂ ਕੀਤੀ ਜਾ ਰਹੀ ਹੈ, ਸੋ ਜਿਹੜੀ ਤਖ਼ਤਾਂ ਤੋਂ ਸ਼ੁਰੂ ਹੋ ਕੇ ਅੱਗੇ ਜਾਵੇਗੀ, ਤੇ ਦੂਜੇ ਪਾਸੇ ਕਾਂਗਰਸ ਵੱਲੋਂ ਵੀ ਤਿਆਰੀ ਕੀਤੀ ਜਾ ਰਹੀ ਹੈ। ਸੋ ਲੱਗਦਾ ਕਿ ਹਾਲਾਤ ਥੋੜ੍ਹੇ ਜਿਹਾ ਹੋਰ ਭਖਣ ਵਾਲੇ ਆ ਸਿਆਸੀ ਤੌਰ ਤੇ ਦੇਖਿਆ ਜਾਵੇ ਤਾਂ। ਅਸਲ 'ਚ ਕਹਿ ਸਕਦੇ ਹਾਂ ਕਿ ਵਹਿੰਦੀ ਗੰਗਾ 'ਚ ਹੱਥ ਧੋਣ ਦੀ ਤਿਆਰੀ ਜਿਹੜੀਆਂ ਇਹ ਸਿਆਸੀ ਪਾਰਟੀਆਂ ਕਰਦੀਆਂ ਪਈਆਂ ਨੇ ਕਿ ਭਾਈ ਅੰਦੋਲਨ ਤਾਂ ਭਖਿਆ ਪਿਆ ਆ, ਲੋਕ ਤਾਂ ਕੇਂਦਰ ਸਰਕਾਰ ਦੇ ਵਿੱਚ ਖਿਲਾਫ ਗੁੱਸੇ 'ਚ ਹੈਗੇ ਹੀ ਆ, ਭਾਰਤੀ ਜਨਤਾ ਪਾਰਟੀ ਨੂੰ ਨਕਾਰਦੇ ਨਜ਼ਰ ਆ ਹੀ ਰਹੇ ਆ। ਚਲੋ ਠੀਕ ਹੈ, ਕਿਉਂ ਨਾ ਆਪਾਂ ਇਹਨਾਂ ਦੇ ਹਿਤੈਸ਼ੀ ਹੋਣ ਦਾ ਦਮ ਭਰ ਕੇ ਇਹ ਸਾਰਾ ਕੁਝ ਇਹਨਾਂ ਦੇ ਨਾਲ ਹੀ ਰਲ ਮਿਲ ਕੇ ਕਰਕੇ ਤੇ ਆਪਣੇ ਆਪ ਨੂੰ ਦੁੱਧ ਧੋਤੇ ਸਾਬਤ ਕਰ ਲਈਏ। ਆਪਾਂ ਪਹਿਲਾਂ ਜੀ ਕੀ ਕੀਤਾ ਜਾਂ ਉਹ ਹੁਣ ਇੱਥੇ ਆਣ ਕੇ ਜਿਹੜਾ ਉਹ ਕੀ ਕਰਦੇ ਪਏ ਹੋ। ਲੋਕ ਇਸ ਡਰਾਮੇ ਤੋਂ ਭਲੀ ਭਾਂਤ ਵਾਕਫ ਹੈ। ਹੁਣ ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਆ, ਅੱਜ ਤੋਂ ਜਿਹੜੀ ਆ ਉਹ ਟਰੈਕਟਰ ਰੈਲੀ ਦੀ ਸ਼ੁਰੂਆਤ ਕਰ ਰਿਹਾ। ਕੀ ਹੋ ਰਿਹਾ, 3 ਤਖਤ ਸਾਹਿਬਾਨ ਤੋਂ ਇਹ ਯਾਤਰਾ ਸ਼ੁਰੂ ਕੀਤੀ ਜਾ ਰਹੀ ਹੈ, ਟਰੈਕਟਰ ਰੈਲੀ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਸ਼੍ਰੀ ਜਿਹੜਾ ਤਖਤ ਸਾਹਿਬ ਹੈਗੇ ਨੇ ਉੱਥੋਂ ਸੁਖਬੀਰ ਬਾਦਲ ਹੋਰੀ ਸ਼ੁਰੂਆਤ ਕਰਨਗੇ। ਇਹਦੇ ਤੋਂ ਇਲਾਵਾ ਜਿਹੜੀ ਬੀਬਾ ਹਰਸਿਮਰਤ ਕੌਰ ਬਾਦਲ ਆ ਉਹ ਤਲਵੰਡੀ ਸਾਬੋ ਤੋਂ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਸ਼ੁਰੂਆਤ ਕਰ ਰਹੀ ਹੈ ਰੈਲੀ ਦੀ। ਇਹਦੇ ਤੋਂ ਇਲਾਵਾ ਅਨੰਦਪੁਰ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਤੋਂ ਜਿਹੜਾ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਗਵਾਈ ਦੇ ਵਿੱਚ ਇਹ ਰੈਲੀ ਕੀਤੀ ਜਾ ਰਹੀ ਹੈ। ਔਰ ਤਿੰਨੋਂ ਜਣੇ ਇਕੱਠੇ ਹੋਣਗੇ, ਇਕੱਠੇ ਹੋ ਕੇ ਜਿਹੜਾ ਆ ਉਹ ਰਾਜਪਾਲ ਵੱਲ ਵਧਣਗੇ, ਗਵਰਨਰ ਵੱਲ ਵਧਣਗੇ ਤੇ ਗਵਰਨਰ ਨੂੰ ਮੰਗ ਪੱਤਰ ਦੇ ਕੇ ਆਉਣਗੇ ਕਿ ਇਹਨਾਂ ਜਿਹੜੇ ਕਾਨੂੰਨ ਬਣਾਏ ਗਏ ਖੇਤੀ ਇਹਨਾਂ ਨੂੰ ਰੱਦ ਕੀਤਾ ਜਾਵੇ, ਕੇਂਦਰ ਸਰਕਾਰ ਤੱਕ ਉਹਨਾਂ ਦੀ ਮੰਗ ਜਿਹੜੀ ਆ ਉਹ ਪਹੁੰਚਾਈ ਜਾਵੇ। ਪਹਿਲਾਂ ਸੀਗਾ ਮੋਹਾਲੀ ਦੇ ਵਿੱਚ ਇਕੱਠੇ ਹੋਣਾ ਤੇ ਫਿਰ ਉਸ ਤੋਂ ਬਾਅਦ ਅੱਗੇ ਵਧਣਾ। ਹੁਣ ਕਹਿੰਦੇ ਸਮਾਂ ਬਹੁਤ ਘੱਟ ਹੈ, ਇਸ ਕਰਕੇ ਸਿੱਧੇ ਭਾਈ ਆਪਾਂ ਰਾਜਪਾਲ ਤੱਕ ਹੀ ਪਹੁੰਚਣਾ। ਸਿੱਧੀਆਂ ਗੱਲਾਂ ਜਿਹੜੀਆਂ ਇਹ ਹੈਗੀਆਂ ਨੇ ਰੈਲੀਆਂ ਕਰਕੇ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਸੱਚੀਓ ਕਿਸਾਨਾਂ ਦੇ ਪੱਖ 'ਚ ਕਿਉਂ ਨਹੀਂ ਅੱਜ ਜਿਹੜੇ ਰੇਲਵੇ ਟਰੈਕ ਤੇ ਬੈਠੇ ਆ ਕਿਸਾਨ ਉਹਨਾਂ ਦੇ ਨਾਲ ਜਾ ਕੇ ਬਹਿੰਦੇ ਤੁਸੀਂ। ਜਦੋਂ ਤੁਹਾਨੂੰ ਥੋੜੀ ਜਿਹੀ ਸੇਕ ਲੱਗਾ ਸੀ ਨਾ ਤੇ ਸੜਕਾਂ ਤੇ ਅੱਗੇ ਬਹਿ ਗਏ ਸੀ, ਹੱਥਾਂ ਤੇ ਪਰੌਂਠੇ ਧਰ ਲਏ ਸੀ, 4 ਰੱਖ ਕੇ ਖਾਂਦੇ ਸੀ ਰਜਾਈਆਂ 'ਚ ਬੈਠ ਕੇ, ਉਹ ਵੀ ਤੁਹਾਡੀ ਬੁੱਕ ਦੇ ਵਿੱਚ ਇੱਕੋ ਹੀ ਰਜਾਈ ਦੇ ਵਿੱਚ, ਜਿਹੜੇ ਅੱਜ ਵੱਖਰੇ ਹੋ ਕੇ ਤੁਹਾਡੇ ਖਿਲਾਫ ਬਹੁਤ ਸਾਰੀਆਂ ਬਿਆਨਬਾਜ਼ੀਆਂ ਕਰਦੇ ਜਿਹਦਾ ਕਰਕੇ ਤੁਹਾਡੇ ਤੇ ਪਰਚੇ ਵੀ ਦਰਜ ਹੋਏ ਸੀਗੇ। ਉਦੋਂ ਸੜਕਾਂ ਤੇ ਕਿੱਦਾਂ ਉਤਰ ਕੇ ਆ ਗਿਆ ਸੀ ਤੁਸੀਂ? ਉਦੋਂ ਕਿੱਦਾਂ ਤੁਹਾਨੂੰ ਲੱਗਾ ਸੀਗਾ ਕਿ ਨਹੀਂ ਸਾਨੂੰ ਸੜਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰਨਾ ਪਏਗਾ? ਉਦੋਂ ਤਾਂ ਟਰੈਕਟਰ ਏਦਾਂ ਤਖਤ ਸਾਹਿਬਾਨ ਤੋਂ ਚੱਕੇ ਨਹੀਂ ਕਿ ਉਧਰ ਨੂੰ ਤੁਰ ਪੈਣਾ ਸੀ ਤੇ ਉਧਰ ਨੂੰ ਤੁਰ ਪੈਣਾ। ਕੱਲ ਜੇ ਕੈਪਟਨ ਅਮਰਿੰਦਰ ਸਿੰਘ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਦੇ ਵਿੱਚ ਧਰਨਾ ਲਾਉਂਦੇ ਆ ਤੇ ਸੁਖਬੀਰ ਬਾਦਲ ਹੋਈ ਕਹਿੰਦੇ ਕਿ ਕੋਝਾ ਮਜ਼ਾਕ ਹੈ ਸ਼ਹੀਦਾਂ ਦੇ ਨਾਲ, ਕਿ ਹੁਣ ਤੁਸੀਂ ਆਹ ਰੈਲੀਆਂ ਏਦਾਂ ਸ਼ੁਰੂ ਕਰਕੇ ਤਖਤ ਸਾਹਿਬਾਨ ਨਾਲ ਮਜ਼ਾਕ ਨਹੀਂ ਕਰਦੇ, ਪਹਿਲਾਂ ਹੀ ਬਹੁਤ ਮਜ਼ਾਕ ਜਿਹੜਾ ਉਹ ਬਣਾਇਆ ਹੋਇਆ ਤੁਸੀਂ ਇਹਨਾਂ ਚੀਜ਼ਾਂ ਦਾ। ਇਹ ਅਹੁਦੇ ਜਾਂ ਇਹ ਸੰਸਥਾਵਾਂ, ਇਹ ਜਿਹੜੇ ਤਖਤ ਸਾਹਿਬਾਨ ਆ ਇੱਕ ਸਿੱਖ ਲਈ ਕਿਹੜੀ ਥਾਂ ਰੱਖਦੇ ਆ ਇਹ ਕੋਈ ਦੱਸਣ ਦੀ ਲੋੜ ਨਹੀਂ ਆ। ਤੇ ਤੁਸੀਂ ਉਹਨਾਂ ਤਖਤਾਂ ਦੇ ਉੱਤੇ ਆਪਣੀ ਮਨਮਰਜ਼ੀ ਦੇ ਬੰਦੇ ਬਿਠਾ ਕੇ ਕੀ ਕੁਝ ਕੀਤਾ ਆ ਇਹ ਵੀ ਦੱਸਣ ਪੁੱਛਣ ਦੀ ਲੋੜ ਨਹੀਂ ਆ। ਢਾਹ ਕਿੱਦਾਂ ਲਾਉਣ ਦੀ ਕੋਸ਼ਿਸ਼ ਕੀਤੀ ਆ ਤੇ ਹੁਣ ਆਹ ਜਿਹੜਾ ਉਹਨਾਂ ਤੋਂ ਰੈਲੀਆਂ ਦੀ ਸ਼ੁਰੂਆਤ ਕਰਨੀ ਆ ਨਾ ਉਹ ਵੀ ਸਾਰਾ ਕੁਝ ਇਹੀ ਦੱਸਦੀ ਪਈ ਆ। ਕਿਤੇ ਉਹ ਵੀ ਕਰ ਸਕਦੇ ਸੀ। ਕੈਪਟਨ ਦੇ ਵਿੱਚ ਤਾਂ ਸੁਖਬੀਰ ਦੇ ਵਿੱਚ ਇੱਥੇ ਕੋਈ ਬਹੁਤਾ ਫਰਕ ਨਹੀਂ ਰਿਹਾ। ਉਹਨੇ ਸ਼ਹੀਦਾਂ ਦੀ ਸਮਾਧ ਦਾ ਇਸਤੇਮਾਲ ਕਰ ਲਿਆ, ਸਿੱਧੇ ਤੌਰ ਤੇ ਕਹਿ ਸਕਦੇ ਜਨਮ ਸਥਾਨ ਦਾ ਇਸਤੇਮਾਲ ਕਰ ਲਿਆ, ਤੇ ਇਹ ਤਖਤ ਸਾਹਿਬਾਨ ਦਾ ਜਿਹੜਾ ਇਸਤੇਮਾਲ ਕਰਦੇ ਨਜ਼ਰ ਆ ਰਹੇ ਆ। ਹੁਣ ਇਸ ਸਭ ਦਾ ਅਸਰ
ਮੈਨੂੰ ਨਹੀਂ ਲੱਗਦਾ ਐਡਾ ਹੋਏਗਾ, ਕਿਉਂਕਿ ਜੇ ਅਸਰ ਬਣਾਉਣਾ ਚਾਹੁੰਦਾ ਸੀ ਅਕਾਲੀ ਦਲ ਤੇ ਬਹੁਤ ਸਮਾਂ ਪਹਿਲਾਂ ਇਹ ਸਾਰਾ ਕੁਝ ਕੀਤਾ ਜਾਣਾ ਚਾਹੀਦਾ ਸੀ। ਜਦੋਂ ਆਰਡੀਨੈਂਸ ਬਣ ਰਹੇ ਸੀਗੇ ਤੇ ਇਹ ਅਕਾਲੀ ਦਲ ਤਾਰੀਫਾਂ ਕਰਦਾ ਨਹੀਂ ਥੱਕਦਾ ਸੀਗਾ, ਉਦੋਂ ਸਾਰਾ ਕੁਝ ਹੋਣਾ ਚਾਹੀਦਾ ਸੀਗਾ, ਉਦੋਂ ਇਹ ਕਦਮ ਚੁੱਕੇ ਜਾਣੇ ਚਾਹੀਦੇ ਸੀਗੇ। ਏਦਾਂ ਯੂ ਜੀ ਟਰਨ ਲੈ ਕੇ ਇੱਕਦਮ ਪਲਟੀ ਮਾਰ ਕੇ ਜਦੋਂ ਪਤਾ ਲੱਗਾ ਕਿ ਕੰਮ ਔਖਾ ਹੋ ਗਿਆ, ਤੇ ਇਹ ਹੁਣ ਲੋਕਾਂ 'ਚ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਿੱਧੇ ਤੌਰ ਤੇ ਗੱਲ ਕਰ ਲਈਏ, ਦੂਜੇ ਪਾਸੇ ਕਾਂਗਰਸ ਵੀ ਕੱਲ ਰਾਹੁਲ ਗਾਂਧੀ ਸੁਣਿਆ ਹੈ, ਸੂਤਰਾਂ ਦੀ ਮੰਨੀਏ ਤੇ ਕੱਲ ਰਾਹੁਲ ਗਾਂਧੀ ਆ ਰਿਹਾ ਟਰੈਕਟਰ ਚਲਾਉਂਦਾ, ਉਹ ਵੀ ਪੰਜਾਬ 'ਚ ਨਜ਼ਰ ਆਏਗਾ। ਰਾਹੁਲ ਗਾਂਧੀ ਵੀ ਜੀ ਟਰੈਕਟਰ ਚਲਾਏਗਾ, ਟਰੈਕਟਰ ਰੈਲੀ ਕੱਢੀ ਜਾਏਗੀ ਪੰਜਾਬ ਦੇ ਵਿੱਚ। ਔਰ ਕਾਂਗਰਸ ਵੀ 2 ਤਰੀਕ ਤੋਂ ਲੈ ਕੇ 4 ਤਰੀਕ ਤੱਕ ਵੱਖ-ਵੱਖ ਪੰਜਾਬ ਦੇ ਹਿੱਸਿਆਂ ਚੋਂ ਦੁਆਬਾ, ਮਾਲਵਾ, ਮਾਝਾ ਇੱਥੇ ਟਰੈਕਟਰ ਰੈਲੀਆਂ ਕੱਢੇਗੀ। ਇਹਨਾਂ ਟਰੈਕਟਰ ਰੈਲੀਆਂ ਨੂੰ ਕੰਟੀਨਿਊਟੀ ਦੇ ਵਿੱਚ ਲਿਜਾ ਕੇ ਸ਼ੰਭੂ ਬਾਰਡਰ ਤੇ ਜਾ ਕੇ ਖਤਮ ਕੀਤਾ ਜਾਏਗਾ, ਕਿਉਂਕਿ ਸ਼ੰਭੂ ਬਾਰਡਰ ਸੀਲ ਆ। ਹਰਿਆਣੇ ਦੀ ਪੁਲਿਸ ਸ਼ੰਭੂ ਬਾਰਡਰ ਟੱਪਣ ਨਹੀਂ ਦੇ ਰਹੀ ਪੰਜਾਬ ਦੀਆਂ ਜਥੇਬੰਦੀਆਂ ਨੂੰ। ਇਸ ਕਰਕੇ ਕਾਂਗਰਸ ਦੀ ਇਹ ਆ ਵਿਉਂਤਬੰਦੀ ਕਿ ਇਧਰ ਪੰਜਾਬ ਦਾ ਜਿਹੜਾ ਸੰਘਰਸ਼ ਆ ਉਹਨਾਂ ਦਾ, ਕਾਂਗਰਸ ਦਾ, ਉਹ ਸ਼ੰਭੂ ਬਾਰਡਰ ਤੇ ਜਾ ਕੇ ਸਮਾਪਤ ਕਰ ਲੈਣਾ, ਤੇ ਸ਼ੰਭੂ ਬਾਰਡਰ ਤੋਂ ਹੀ ਹਰਿਆਣੇ ਦੀ ਜਿਹੜੀ ਕਾਂਗਰਸ ਆ ਉਹ ਆਪਣਾ ਸੰਘਰਸ਼ ਸ਼ੁਰੂ ਕਰ ਲਏਗੀ, ਤੇ ਫਿਰ ਉਸ ਸੰਘਰਸ਼ ਨੂੰ ਅੱਗੇ ਜਿਹੜਾ ਦਿੱਲੀ ਤੱਕ ਲਿਜਾਇਆ ਜਾਏਗਾ। ਇਹ ਕੁਝ ਕਰਨ ਦੀ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਨੋਂ ਹੀ ਧਿਰਾਂ ਸਿੱਧੇ ਤੌਰ ਤੇ ਕਹਿ ਲਈਏ ਕਿ ਇਸ ਸੰਘਰਸ਼ ਦੇ ਵਿੱਚ ਜਿਹੜੀ ਆਪਣੀ ਤੂਤੀ ਵਜਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਕੋਸ਼ਿਸ਼ ਤਾਂ ਪੂਰੀ ਹੈ, ਭਰਪੂਰ ਹੈ, ਬੰਦੇ ਵੀ ਇਕੱਠੇ ਕਰ ਲੈਂਦੇ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਆ। ਪਾਰਟੀ ਵਰਕਰਾਂ ਨੂੰ ਆਪਣਿਆਂ ਨੂੰ ਨਾਲ ਵੀ ਲੈ ਆਉਂਦੇ ਆ। ਕਿਤੇ ਇਹ ਵੀ ਹੋ ਸਕਦਾ ਕਿ ਲੱਲਾ ਭੱਬਾ ਕਰਕੇ, ਜਿੱਦਾਂ ਕਈ ਵਾਰੀ ਚਰਚਾ ਚੱਲਦੀ ਹੁੰਦੀ ਹੈ ਨਾ ਕਿ ਦਿਹਾੜੀ ਤੇ ਵੀ ਬੰਦੇ ਲਿਆਂਦੇ ਜਾਂਦੇ ਆ, ਇਦਾਂ ਦੀ ਵੀ ਗੱਲ ਹੋ ਸਕਦੀ। ਕਰ ਲੈਣਗੇ ਭੀੜਾਂ ਇਕੱਠੀਆਂ, ਪਰ ਭੀੜਾਂ ਦੇ ਵਿੱਚ ਤੇ ਜਜ਼ਬੇ ਨਾਲ ਲੜਨ ਵਾਲਿਆਂ ਦੇ ਵਿੱਚ ਬਹੁਤ ਫਰਕ ਹੁੰਦਾ ਹੈ। ਭੀੜਾਂ ਜਿਹੜੀਆਂ ਜੀ ਆ, ਜਦੋਂ ਭੀੜ ਦੇ ਉੱਤੇ ਭੀੜ ਬਣਦੀ ਹੈ ਤੇ ਖਿੰਡਰ ਪੁੰਡਰ ਜਾਂਦੀਆਂ ਨੇ, ਪਰ ਜਿਹੜੇ ਜਜ਼ਬੇ ਨਾਲ ਲੜਦੇ ਨੇ ਨਾ, ਉਹ ਭੀੜ ਬਣੀ ਤੇ ਹੀ ਜਜ਼ਬਾ ਪੈਦਾ ਹੁੰਦਾ ਆ, ਤੇ ਉਸੇ ਭੀੜ ਨਾਲ ਨਜਿੱਠਣ ਲਈ ਉਹ ਮੈਦਾਨ 'ਚ ਨਿੱਤਰਦੇ ਨੇ। ਕਿਸਾਨਾਂ ਦੇ ਉੱਤੇ ਭੀੜ ਪਈ ਆ ਤਾਂ ਉਹ ਮੈਦਾਨ ਦੇ ਵਿੱਚ ਜਜ਼ਬੇ ਦੇ ਨਾਲ, ਉਹ ਭੀੜ ਨਹੀਂ ਹੈ, ਉਹ ਇੱਕ ਟੀਚਾ ਮਿੱਥ ਕੇ ਚਲੇ ਹੋਇਆ। ਤੇ ਜਿਹੜੇ ਲੋਕ ਇਹਨਾਂ ਨੇ ਇਕੱਠੇ ਕਰਨੇ ਆ ਉਹ ਭੀੜਾਂ ਹੋਣੀਆਂ। ਮੈਂ ਮਾਫ ਕਰਨਾ, ਇਹ ਸ਼ਬਦ ਸਿੱਧੇ ਤੌਰ ਤੇ ਠੋਕ ਵਜਾ ਕੇ ਇਸਤੇਮਾਲ ਕਰਦਾ। ਇਹਨਾਂ ਨੇ ਭੀੜਾਂ ਇਕੱਠੀਆਂ ਕਰਨੀਆਂ ਨੇ, ਸੰਘਰਸ਼ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ, ਕਿਉਂਕਿ ਇੱਕੋ ਹੀ ਇਹਨਾਂ ਦਾ ਟੀਚਾ ਹੋਏਗਾ ਕਿ ਜਿੱਡੀ ਅਸੀਂ ਵੱਡੀ ਭੀੜ ਦਿਖਾ ਦਾਂਗੇ, ਜਿੱਡੀ ਵੱਡੀ ਅਸੀਂ ਰੈਲੀ ਦਿਖਾ ਦਾਂਗੇ, ਓਡੇ ਹੀ ਵੱਡੇ ਲੀਡਰ ਹੋ ਜਾਾਂਗੇ ਤੇ ਇਹ ਦੱਸਣ ਵਾਲੇ ਬਣਾਂਗੇ। ਆਹ ਦੇਖੋ ਅਸੀਂ ਕਿੰਨੇ ਕਿਸਾਨ ਇਕੱਠੇ ਕਰ ਲਏ ਜਿਹੜੇ ਸਾਡੇ ਨਾਲ ਆ। ਤੇ ਜੀ ਕਿਸਾਨ ਤਾਂ ਇਹ ਵੀ ਕਹਿੰਦੇ ਆ ਕਿ ਭਾਈ ਹੁਣ ਤੁਹਾਡਾ ਪਤਾ ਲੱਗਣਾ ਆ, ਤੁਸੀਂ ਕਾਂਗਰਸੀ ਹੋ, ਅਕਾਲੀ ਹੋ, ਭਾਜਪਾਈ ਹੋ, ਆਮ ਆਦਮੀ ਪਾਰਟੀ ਵਾਲੇ ਹੋ, ਲੋਕ ਇਨਸਾਫ ਪਾਰਟੀ ਵਾਲੇ ਹੋ, ਕਿ ਜੀ ਕਿਸਾਨ ਹੋ, ਜਾਂ ਪੰਜਾਬੀ ਹੋ, ਜਾਂ ਪੰਜਾਬ ਹਿਤੈਸ਼ੀ ਹੋ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਹੁੰਦੀਆਂ ਨਜ਼ਰ ਆਉਣੀਆਂ ਆ। ਦੇਖਦੇ ਆ ਕਿੱਡੇ ਵੱਡੇ ਇਕੱਠ ਕਰਦੇ, ਤੇ ਇਹਨਾਂ ਵੱਡੇ ਜੀ ਇਕੱਠਾਂ ਦਾ ਕਿਸਾਨ ਅੰਦੋਲਨ ਨੂੰ ਕੀ ਨਫਾ ਮਿਲਦਾ ਹੈ, ਜਾਂ ਫਿਰ ਕਿਸਾਨ ਕਿੰਨੇ ਕੁ ਪ੍ਰਭਾਵਿਤ ਹੁੰਦੇ ਆ। ਕਿਉਂਕਿ ਇਹ ਜਿਹੜੀਆਂ ਕਾਠ ਦੀਆਂ ਹਾਂਡੀਆਂ ਇਹਨਾਂ ਨੇ ਵਾਰ-ਵਾਰ ਚੜਾਈਆਂ ਆ ਨਾ ਪਹਿਲਾਂ, ਐਤਕੀ ਜੀ ਚੜ੍ਹਦੀਆਂ ਕੁਝ ਨਜ਼ਰ ਨਹੀਂ ਆ ਰਹੀਆਂ। ਮਨਦੀਪ, ਪਰਿਸਥਿਤੀਆਂ ਕੋਈ ਏਡੀਆਂ ਸੁਖਾਵੀਆਂ ਇਹਨਾਂ ਲਈ ਹੈ ਨਹੀਂ ਆ ਕਿ ਜੀ ਧਰੀ ਧਰਾਈ ਇਹਨਾਂ ਨੂੰ ਪਲੇਟ ਦੇ ਵਿੱਚ ਖਾਣ ਨੂੰ ਮਿਲ ਜਾਏਗੀ, ਤੇ ਉਹ ਵੀ ਚੋਪੜੀ। ਇਸ ਵਾਰ ਤਾਂ ਇਹਨਾਂ ਨੂੰ ਮੁਸ਼ੱਕਤ ਕਰਨੀ ਪੈਗੀ 2022 ਦੇ ਲਈ ਜੀ ਆਪਣੀ ਜੀ ਹੋਂਦ ਬਚਾਉਣ ਦੇ ਲਈ। ਇੱਥੇ ਮੈਂ ਜੀ ਥੋੜਾ ਜਿਹਾ ਨਾਲ ਦੀ ਨਾਲ ਜ਼ਿਕਰ ਛੇੜ ਦੇਵਾਂ, ਇੱਥੇ ਤਾਂ ਜੋ ਕੁਝ ਹੋ ਹੀ ਰਿਹਾ, ਮੈਨੂੰ ਬੜੀ ਕਿਉਰਿਓਸਿਟੀ ਰਹਿੰਦੀ ਹੈ ਇਸ ਗੱਲ ਦੀ ਵੀ, ਤੇ ਮੇਰਾ ਖਿਆਲ ਹੈ ਕਿ ਆਪਣੇ ਵਿਊਵਰਸ ਵੀ ਉਡੀਕਦੇ ਰਹਿੰਦੇ ਆ ਕਿ ਇਕੱਲੀ ਪੰਜਾਬ ਜਾਂ ਭਾਰਤ ਦੀ ਗੱਲ ਨਹੀਂ, ਅਸੀਂ ਕੈਨੇਡਾ ਦੀ ਵੀ ਗੱਲ ਕਰਦੇ ਹਾਂ, ਅਮਰੀਕਾ ਦੀ ਵੀ ਗੱਲ ਕਰਦੇ ਹਾਂ। ਤੇ ਅਮਰੀਕਾ ਦੇ ਵਿੱਚ ਵੀ ਬੜੀਆਂ ਪ੍ਰਸਥਿਤੀਆਂ ਇਸ ਵੇਲੇ ਕਹਿ ਸਕਦੇ ਹਾਂ ਕਿ ਗਰਮਾ ਗਰਮ ਚੱਲਦੀਆਂ ਪਈਆਂ ਨੇ। ਕੱਲ ਰਾਸ਼ਟਰਪਤੀ ਅਹੁਦੇ ਦੇ ਦੋਨੋਂ ਉਮੀਦਵਾਰਾਂ ਦੇ ਦਰਮਿਆਨ ਭਾਖਵੀਂ ਬਹਿਸ ਹੋਈ। ਬਹਿਸ ਕਾਦੀ ਹੋਈ? ਪਤਾ ਲੱਗਾ ਹੈ ਕਿ ਜਿੱਦਾਂ ਸਾਡੇ ਇੱਥੇ ਗਲੀ ਮੁਹੱਲੇ ਦੀਆਂ ਔਰਤਾਂ ਮਿਹਣੋ ਮਿਹਣੀ ਹੁੰਦੀਆਂ ਨੇ, ਤੇ ਕਈ ਵਾਰੀ ਉਹ ਹਲਕੇ ਪੱਧਰ ਦੇ ਮਿਹਣੇ ਵੀ ਹੋ ਜਾਂਦੇ ਆ, ਉਹ ਮਿਹਣੋ ਮਿਹਣੀ ਹੋਏ ਆ ਬਿਡੇਨ ਹੋਰੀ ਤੇ ਟਰੰਪ ਹੋਰੀ। ਬਸ ਇਹ ਸਮਝ ਲਓ ਕਿ ਹੱਥੋਂ ਪਾਈ ਨਹੀਂ ਹੋਈ ਜੀ, ਬਾਕੀ ਸਾਰਾ ਕੁਝ ਹੋ ਗਿਆ। ਕੁਝ ਇਸ ਤਰ੍ਹਾਂ ਦੀ ਜਿਹੜੀ ਡਿਬੇਟ ਸੀ ਪੂਰੇ ਜਿਵੇਂ ਕਿ ਇੱਕ ਦੂਏ ਦੇ ਰਿਸ਼ਤੇਦਾਰਾਂ ਦੇ ਨੁਕਸ ਕੱਢੇ ਜਾਂਦੇ ਆ, ਜਾਂ ਗਾਂਹ ਦੀ ਗਾਂਹ ਜਿੱਦਾਂ ਵੀ ਉਹ ਤੁਸੀਂ ਕਿਹਾ ਕਿ ਗਲੀ ਮੁਹੱਲੇ ਦੀ ਲੜਾਈ ਹੁੰਦੀ ਹੈ, ਉਸ ਤਰ੍ਹਾਂ ਦਾ ਸਾਰਾ ਰੰਗ ਜਿਹੜਾ ਸੀ ਇਸ ਡਿਬੇਟ ਵਿੱਚ ਦੇਖਣ ਨੂੰ ਮਿਲਿਆ। ਔਰ ਖਾਸ ਕਰਕੇ ਜਿਹੜੇ ਅਮਰੀਕਨ ਲੋਕ ਆ ਉਹ ਕਾਫੀ ਨਿਰਾਸ਼ ਹੋਏ ਆ, ਔਰ ਕਈ ਜ਼ਿੰਮੇਵਾਰ ਜਿਹੜੇ ਮੀਡੀਆ ਵਾਲੇ ਸੀਗੇ, ਵੱਡੇ ਅਸੀਂ ਕਹਿ ਸਕਦੇ ਕਿ ਮੀਡੀਆ ਅਦਾਰੇ ਆ, ਉਹਨਾਂ ਨੇ ਤਾਂ ਇਸ ਡਿਬੇਟ ਨੂੰ ਅਨਵਾਚੇਬਲ ਡਿਬੇਟ ਕਿਹਾ ਕਿ ਇਸ ਪੱਧਰ ਤੱਕ, ਇਸ ਨੀਵੇਂ ਪੱਧਰ ਤੱਕ ਇਹ ਡਿਬੇਟ ਗਈ ਆ। ਦੋਵੇਂ ਉਮੀਦਵਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਜਿਹੜਾ ਸੀ ਉਹ ਕੋਈ ਪੱਧਰ ਹੁੰਦਾ ਹੈ ਅਸਰ ਉੱਤੇ, ਕਿਉਂਕਿ ਇੱਕ ਮਹਾਸ਼ਕਤੀ ਅਮਰੀਕਾ ਨੂੰ ਅਸੀਂ ਮੰਨਦੇ ਹਾਂ, ਪਰ ਉਸ ਪੱਧਰ ਦੀ ਡਿਬੇਟ ਦੇਖਣ ਨੂੰ ਨਹੀਂ ਮਿਲੀ। ਹਾਲਾਂਕਿ ਕਰੋਨਾ ਵਾਇਰਸ ਤੇ ਬਹੁਤ ਜ਼ਿਆਦਾ ਚਰਚਾ ਹੋਈ, ਵੈਕਸੀਨ ਤੇ ਚਰਚਾ ਹੋਈ,
ਪਰ ਨਿੱਜੀ ਹਮਲੇ ਵੀ ਬਹੁਤ ਪੱਧਰ ਤੱਕ ਕੀਤੇ ਗਏ। ਔਰ ਇੱਕ ਬਹੁਤ ਦਿਲਚਸਪ ਤੱਥ ਨਿਕਲ ਕੇ ਸਾਹਮਣੇ ਆਇਆ ਜਸਵੀਰ ਜੀ, ਕਿ ਜਿਸ ਵਕਤ ਨਾ ਇਹ ਡਿਬੇਟ ਚੱਲ ਰਹੀ ਸੀ, ਜਦੋਂ ਡਿਬੇਟ ਚੱਲਦੀ ਨੂੰ ਘੰਟਾ ਕੁ ਹੋ ਗਿਆ, ਤਾਂ ਗੂਗਲ ਤੇ ਅਮਰੀਕਾ 'ਚ ਇੱਕ ਚੀਜ਼ ਸਰਚ ਕੀਤੀ ਜਾ ਰਹੀ ਸੀ, ਔਰ ਉਹ ਸਰਚ ਕੀਤਾ ਜਾ ਰਿਹਾ ਸੀ ਕਿ ਹਾਊ ਟੂ ਮੂਵ ਕੈਨੇਡਾ। ਮਤਲਬ ਕਿ ਕੈਨੇਡਾ ਵਿੱਚ ਕਿਵੇਂ ਜਾਇਆ ਜਾ ਸਕਦਾ, ਅਸੀਂ ਅਮਰੀਕਨ ਸਿਟੀਜ਼ਨ ਕੈਨੇਡਾ ਕਿਵੇਂ ਰਹਿਣ ਜਾ ਸਕਦੇ ਆ। ਔਰ ਜਦੋਂ ਇਸ ਜੀ ਡਿਬੇਟ ਚੱਲਦੇ 1 ਘੰਟਾ ਹੋ ਗਿਆ ਸੀ, ਤਾਂ ਇਹ ਚੀਜ਼ ਜਿਹੜੀ ਆ ਪੂਰੀ ਪੀਕ ਤੇ ਚੱਲ ਗਈ ਸੀ। ਸੋ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਇਸ ਡਿਬੇਟ ਦਾ ਅਮਰੀਕਨਸ ਤੇ ਜਿਹੜੇ ਉੱਥੇ ਦੇ ਆਮ ਲੋਕ ਆ, ਉਹਨਾਂ ਉੱਤੇ ਕੀ ਅਸਰ ਪਿਆ। ਬਿਲਕੁਲ ਇਹ ਬੜੀ ਜੀ, ਦਿਲਚਸਪ ਹੈ ਕਿ ਏਡੀ ਵੱਡੀ ਬਹਿਸ ਚੱਲਦੀ ਹੋਵੇ ਤੇ ਉਸ ਮੁਲਕ ਦੇ ਲੋਕ ਕੁਝ ਇਹੋ ਜਿਹਾ ਲੱਭਦੇ ਨਜ਼ਰ ਆਉਣ ਕਿ ਇਹ ਮੁਲਕ ਛੱਡ ਕੇ ਕਿਵੇਂ ਜਾਣਾ ਹੈ, ਕਿਸੇ ਹੋਰ ਜੀ, ਮੁਲਕ ਦੇ ਵਿੱਚ ਕਿਵੇਂ ਜਾਣਾ ਹੈ। ਬੜੀ ਕਹਿ ਸਕਦੇ ਕਿ ਚਿੰਤਾਜਨਕ ਗੱਲ ਹੈ, ਹੈਰਾਨੀ ਕੁੰਨ ਦੇ ਨਾਲੋਂ ਕਿਤੇ ਜ਼ਿਆਦਾ ਚਿੰਤਾਜਨਕ ਗੱਲ ਹੈ। ਤੇ ਇਹਨਾਂ ਦੋਨਾਂ ਲੀਡਰਾਂ ਨੂੰ ਇਹ ਸਮਝਣਾ ਪਏਗਾ ਕਿ ਉਹਨਾਂ ਦੀਆਂ ਇਸ ਤਰੀਕੇ ਦੀਆਂ ਬਿਆਨਬਾਜ਼ੀਆਂ ਜਾਂ ਗੱਲਾਂ ਬਾਤਾਂ ਜਾਂ ਹਰਕਤਾਂ ਜਿਹੜੀਆਂ ਉਹ ਕਿਵੇਂ ਉਸ ਮੁਲਕ ਦੇ ਬਸ਼ਿੰਦਿਆਂ ਨੂੰ ਜਿਹੜਾ ਉਹ ਚਿੰਤਾ ਦੇ ਵਿੱਚ ਪਾ ਰਹੀਆਂ ਨੇ। ਅੱਛਾ, ਕੈਨੇਡਾ ਦਾ ਜੀ, ਜ਼ਿਕਰ ਛਿੜਿਆ ਕਿ ਅਮਰੀਕਾ ਦੇ ਲੋਕ ਕੈਨੇਡਾ 'ਚ ਮੂਵ ਹੋਣ ਦੀ ਗੱਲ ਕਰ ਰਹੇ ਆ, ਕੈਨੇਡਾ ਦੀ ਵੀ ਆਪਾਂ ਥੋੜ੍ਹੀ ਜਿਹੀ ਗੱਲ ਕਰ ਲੈਂਦੇ ਹਾਂ। ਚਰਚਾ ਛਿੜੀ ਸੀਗੀ ਕਿ ਜਦੋਂ ਆ ਕਰੋਨਾ ਵਾਇਰਸ ਦਾ ਦੌਰ ਸੀ, ਉਸ ਸਮੇਂ ਬਹੁਤ ਸਾਰੇ ਲੋਕ ਜਿਹੜੇ ਸਿੱਖ ਕੌਮ ਨਾਲ ਸੰਬੰਧ ਰੱਖਦੇ ਸੀਗੇ ਜਾਂ ਫਿਰ ਮੁਸਲਿਮ ਸਮੁਦਾਇ ਨਾਲ ਸੰਬੰਧ ਰੱਖਦੇ ਸੀਗੇ, ਉਹਨਾਂ ਦੀ ਧਰਮ ਦੀ ਮਜਬੂਰੀ ਜਾਂ ਉਹਨਾਂ ਦੀ ਜ਼ਰੂਰੀ, ਉਹਨਾਂ ਲਈ ਕਹਿ ਸਕਦੇ ਕਿ ਦਾੜੀ ਮੁੱਛ ਰੱਖਣਾ ਉਹਨਾਂ ਲਈ ਬਹੁਤ ਲਾਜ਼ਮੀ ਸੀ, ਤੇ ਫਰੰਟ ਲਾਈਨ ਤੋਂ ਉਹਨਾਂ ਦੀਆਂ ਡਿਊਟੀਆਂ ਜਿਹੜੀਆਂ ਉਹ ਹਟਾ ਦਿੱਤੀਆਂ ਗਈਆਂ ਸੀ। ਇਹਦਾ ਦੀ ਚਰਚਾ ਬਹੁਤ ਚੱਲੀ ਸੀ। ਹੁਣ ਪਤਾ ਲੱਗਾ ਜੀ, ਕਿ ਬਕਾਇਦਾ ਜਿਹੜਾ ਆ ਉਹ ਇੱਕ ਸੰਸਦ ਦੇ ਵੱਲੋਂ ਇਹਦੇ ਬਾਬਤ ਸਵਾਲ ਪੁੱਛਿਆ ਗਿਆ ਤੇ ਟਰੰਪ ਹੋਰਾਂ ਨੇ ਖੁਦ ਇਹਦਾ ਜਵਾਬ ਦਿੱਤਾ। ਕੀ ਸਵਾਲ ਪੁੱਛਿਆ ਗਿਆ ਤੇ ਕਿੱਦਾਂ ਦਾ ਜਵਾਬ ਟਰੰਪ ਹੋਰਾਂ ਦਾ ਸੀਗਾ ਤੇ ਕਿੰਨਾ ਕੁ ਸੰਤੁਸ਼ਟ ਕਰ ਸਕਿਆ ਇਸ ਖਦਸ਼ੇ ਜਾਂ ਇਸ ਚਿੰਤਾ ਤੋਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਫਰੰਟ ਲਾਈਨ ਤੋਂ ਹਟਾਇਆ ਗਿਆ ਸੀ। ਜੀ, ਬਿਲਕੁਲ। ਅੱਜ-ਕੱਲ੍ਹ ਟਰੰਪ ਹੋਣਾ ਦੀ ਜਿਹੜੀ ਚਰਚਾ ਹੈ, ਉਹ ਕੈਨੇਡਾ ਵਿੱਚ ਟਰੂਡੋ ਹੋਣਾ ਨਾਲੋਂ ਵੱਧ ਹੁੰਦੀ ਆ, ਪਰ ਮੈਨੂੰ ਲੱਗਦਾ ਸ਼ਾਇਦ ਤੁਹਾਨੂੰ ਵੀ ਉਹੀ ਸਰਪੰਚ ਸਾਹਿਬ ਦਾ ਹਾਂ, ਵਾਰ-ਵਾਰ ਤਾਂ ਹੀ ਨਾਮ ਤੁਹਾਡੇ ਮੂੰਹ ਤੇ ਆ ਰਿਹਾ। ਜੀ, ਜੀ। ਅੱਛਾ, ਬਿਲਕੁਲ ਇਹ ਮਸਲਾ ਜਿਹੜਾ ਸੀ ਇੱਥੇ ਇੱਕ ਫੈਡਰਲ ਪੁਲਿਸ ਏਜੰਸੀ ਆ ਆਰਸੀਐਮਪੀ, ਉਹਦੇ ਨਾਲ ਜੁੜਿਆ ਹੋਇਆ ਸੀ। ਮਸਲਾ ਤਾਂ ਤਕਰੀਬਨ 6 ਮਹੀਨੇ ਪੁਰਾਣਾ ਆ, ਕਿਉਂਕਿ ਜਦੋਂ ਕਰੋਨਾ ਵਾਇਰਸ ਸ਼ੁਰੂ ਹੋਇਆ ਸੀ, ਤਾਂ ਆਰਸੀਐਮਪੀ ਨੇ ਫੈਸਲਾ ਕੀਤਾ ਸੀ ਕਿ ਜਿਹੜੇ ਸਿੱਖ ਤੇ ਮੁਸਲਿਮ ਪੁਲਿਸ ਅਫਸਰ ਆ ਆਰਸੀਐਮਪੀ ਵਿੱਚ, ਉਹਨਾਂ ਦੀਆਂ ਡਿਊਟੀਆਂ ਫਰੰਟ ਲਾਈਨ ਤੋਂ ਹਟਾ ਲਈਆਂ ਗਈਆਂ ਸੀ, ਕਿਉਂਕਿ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿਹਨਾਂ ਉਹਨਾਂ ਦੇ ਕੇਸ ਰੱਖੇ ਨੇ, ਦਾੜ੍ਹੀਆਂ ਰੱਖੀਆਂ ਹੋਈਆਂ ਨੇ, ਮਾਸਕ ਪ੍ਰੋਪਰਲੀ ਉਹ ਨਹੀਂ ਪਹਿਨ ਸਕਦੇ, ਕਿਤੇ ਨਾ ਕਿਤੇ ਸੁਰੱਖਿਆ ਲਈ ਖਤਰਾ ਹੋਊਗਾ ਹੋਰਾਂ ਲਈ ਵੀ, ਉਹਨਾਂ ਲਈ ਇਹ ਕਹਿ ਕੇ ਜਿਹੜਾ ਸੀ ਉਹਨਾਂ ਦੀਆਂ ਡਿਊਟੀਆਂ ਹਟਾ ਲਈਆਂ ਗਈਆਂ। ਪਰ ਇਹਨੂੰ ਇੱਕ ਤਰ੍ਹਾਂ ਦਾ ਵਿਤਕਰਾ ਮੰਨਿਆ ਗਿਆ ਸੀ, ਔਰ ਪਿਛਲੇ 6 ਮਹੀਨੇ ਤੋਂ ਜਿਹੜਾ ਸੀਗਾ ਸਿੱਖ ਵਰਲਡ ਆਰਗੇਨਾਈਜੇਸ਼ਨ ਵਾਲੀ ਇੱਥੇ ਹੈਗੀ ਇੱਕ ਸੰਸਥਾ ਹੈ ਸਿੱਖਾਂ ਦੇ ਹੱਕਾਂ ਲਈ ਕੰਮ ਕਰਦੀ, ਉਹਦੇ ਵੱਲੋਂ ਇਹ ਮਸਲਾ ਸਰਕਾਰ ਅੱਗੇ ਚੱਕਿਆ ਗਿਆ ਸੀ। ਪਰ ਮੀਡੀਆ 'ਚ ਖਬਰ ਜੀ ਇਹ ਥੋੜ੍ਹਾ ਦਿਨ ਪਹਿਲਾਂ ਆਈ ਸੀ, ਉਦੋਂ ਫਿਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਸਟਿਨ ਟਰੂਡੋ ਨੂੰ ਵੀ ਸਵਾਲ ਕੀਤਾ ਗਿਆ ਪੱਤਰਕਾਰਾਂ ਵੱਲੋਂ ਕਿ ਇਸ ਤਰ੍ਹਾਂ ਦਾ ਜਿਹੜਾ ਵਿਤਕਰਾ ਆ ਉਹ ਇੱਥੇ ਹੋ ਰਿਹਾ ਆਰਸੀਪੀ ਵਿੱਚ। ਤਾਂ ਉਹਨਾਂ ਨੇ ਕਿਹਾ ਕਿ ਉਹ ਬਹੁਤ ਜਿਹੜੇ ਆ ਨਿਰਾਸ਼ ਨੇ ਇਸ ਗੱਲ ਤੋਂ, ਔਰ ਉਹ ਗੱਲਬਾਤ ਕਰ ਰਹੇ ਨੇ ਆਰਸੀਐਮਪੀ ਨਾਲ ਕਿ ਇਹਨਾਂ ਚੀਜ਼ਾਂ ਵਿੱਚ ਸੁਧਾਰ ਕੀਤਾ ਜਾਵੇ। ਪਰ ਅੱਜ ਪਾਰਲੀਮੈਂਟ ਵਿੱਚ ਇਹ ਮਾਮਲਾ ਗੂੰਜਿਆ, ਔਰ ਇਹ ਮਾਮਲਾ ਪਾਰਲੀਮੈਂਟ ਵਿੱਚ ਲੈ ਕੇ ਗਏ। ਕੈਲਗਰੀ ਤੋਂ ਇੱਕ ਦਸਤਾਰਧਾਰੀ ਜਿਹੜੇ ਆ ਸਾਬਤ ਸੂਰਤ ਸਿੱਖ ਨੇ, ਜਸਰਾਜ ਸਿੰਘ ਹੱਲੜ ਹੁਣੀ, ਉਹਨਾਂ ਵੱਲੋਂ ਇਹ ਜੀ ਕੰਜ਼ਰਵੇਟਿਵ ਦੇ ਉਹ ਐਮਪੀ ਨੇ, ਉਹਨਾਂ ਨੇ ਉੱਥੇ ਮਸਲਾ ਚੁੱਕਿਆ ਕਿ ਹਾਲੇ ਤੱਕ ਜਿਹੜਾ ਵਾ, ਕਿਉਂਕਿ 6 ਮਹੀਨੇ ਉਹਨਾਂ ਨੇ ਕਿਹਾ ਕਿ ਹੋ ਗਿਆ ਇਸ ਮਸਲੇ ਨੂੰ ਆਏ ਨੂੰ, ਔਰ ਸਰਕਾਰ ਨੇ ਹਾਲੇ ਤੱਕ ਇਹ ਮਸਲਾ ਹੱਲ ਨਹੀਂ ਕੀਤਾ। ਸੋ ਇਹਦੇ ਜਵਾਬ 'ਚ ਹੂੰ ਜਸਟਿਨ ਟਰੂਡੋ ਹੋਣਾ ਨੇ ਖੜ ਕੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ 'ਚ ਜਿਹੜੇ ਕੈਨੇਡਾ ਦੇ ਸੇਫਟੀ ਮਿਨਿਸਟਰ ਆ, ਉਹ ਵੀ ਆਰਸੀਐਮਪੀ ਨਾਲ ਗੱਲਬਾਤ ਕਰ ਰਹੇ ਆ, ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਆਰਸੀਐਮਪੀ ਨੂੰ ਇਹਨਾਂ ਪਾਲਿਸੀਜ਼ ਵਿੱਚ ਸੁਧਾਰ ਕਰਨ ਲਈ ਕਿਹਾ। ਔਰ ਜਸਟਿਨ ਟਰੂਡੋ ਨੇ ਇਹ ਵੀ ਮੰਨਿਆ ਕਿ ਇਹ ਸਿਸਟਮੈਟਿਕ ਇੱਕ, ਅਸੀਂ ਇਹਨੂੰ ਨਸਲੀ ਵਿਤਕਰਾ ਕਹਿ ਸਕਦੇ ਹਾਂ, ਕਿ ਇਹਦਾ ਸਿਸਟਮ ਦੇ ਵਿੱਚ ਜਿਹੜਾ ਵਾ ਜੀ ਨੀਤੀਆਂ ਨੂੰ ਆਧਾਰ ਬਣਾ ਕੇ ਕੀਤਾ ਜਾਂਦਾ। ਸੋ ਉਹਨਾਂ ਨੇ ਇਹ ਭਰੋਸਾ ਦਿਵਾਇਆ ਪਾਰਲੀਮੈਂਟ ਵਿੱਚ ਕਿ ਆਉਣ ਵਾਲੇ ਕੁਝ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਇਸ ਮਾਮਲੇ 'ਤੇ ਜ਼ਰੂਰ ਐਕਸ਼ਨ ਹੋਊਗਾ। ਸੋ ਉਸ ਤੋਂ ਬਾਅਦ ਉਮੀਦ ਕੀਤੀ ਜਾ ਸਕਦੀ, ਕਿਉਂਕਿ ਜਸਰਾਜ ਸਿੰਘ ਹੱਲੜ ਹੋਣਾ ਨੇ ਬਹੁਤ ਜ਼ੋਰਦਾਰ ਤਰੀਕੇ ਨਾਲ ਇਹ ਤਾਂ ਅਸੀਂ ਮੁੱਦਾ ਪਾਰਲੀਮੈਂਟ ਵਿੱਚ ਉਠਾਇਆ, ਤੇ ਖੁਦ ਪ੍ਰਧਾਨ ਮੰਤਰੀ ਹੋਣਾ ਨੇ ਖੜ ਕੇ ਇਸ ਗੱਲ ਤੇ ਉਹਨਾਂ ਨੂੰ ਰਿਸਪੌਂਸ ਦਿੱਤਾ। ਸੋ ਜਿਸ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਸ਼ਾਇਦ ਇਹ ਮਸਲਾ ਹੱਲ ਹੋ ਜਾਵੇਗਾ। ਖੈਰ ਜਸਵੀਰ ਜੀ, ਜੀ ਗੱਲਾਂ ਕਰਦੇ ਕਰਦਿਆਂ ਪਤਾ ਹੀ ਨਹੀਂ ਲੱਗਾ, ਆਪਾਂ ਸਮਾਂ ਕਾਫੀ ਲੈ ਚੁੱਕੇ ਹਾਂ। ਹੁਣ ਮੈਨੂੰ ਲੱਗਦਾ ਕਿ ਹੁਣ ਦਰਸ਼ਕਾਂ ਤੋਂ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਮਨਦੀਪ ਜੀ, ਔਰ ਤਮਾਮ ਦੇਖਣ ਜੀ, ਵਾਲਿਆਂ ਨੂੰ ਸਤਿ ਸ਼੍ਰੀ ਅਕਾਲ, ਆਦਾਬ ਇੱਕ ਵਾਰ ਫੇਰ। ਤੇ ਜੀ, ਉਮੀਦ ਰੱਖਦੇ ਹਾਂ ਕਿ ਸਾਨੂੰ ਜਿਹੜੇ ਸੁਝਾਅ ਖਾਸ ਤੌਰ ਤੇ ਮਨਦੀਪ ਜੀ, ਮੈਂ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਇਹ ਚੀਜ਼ ਦੇਖ ਰਿਹਾ ਕਿ ਬਹੁਤ ਸਾਰੇ ਸਾਡੇ ਦਰਸ਼ਕ ਸਾਨੂੰ ਸੁਝਾਅ ਭੇਜ ਰਹੇ ਆ YouTube ਤੇ ਜੀ, Facebook ਤੇ ਆਪਣੇ ਕਮੈਂਟਸ ਦੇ ਰਾਹੀਂ,
ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਸੁਝਾਅ ਬਹੁਤੀ ਵਾਰੀ ਬਹੁਤੇ ਦਰੁਸਤ ਹੁੰਦੇ ਆ ਤੇ ਸਾਡੀ ਕੋਸ਼ਿਸ਼ ਵੀ ਰਹਿੰਦੀ ਹੈ ਕਿ ਅਸੀਂ ਉਹਨਾਂ ਸੁਝਾਵਾਂ ਦੇ ਉੱਤੇ ਕਿਤੇ ਨਾ ਕਿਤੇ ਜਿੰਨਾ ਕੁ ਧਿਆਨ ਦਿੱਤਾ ਜਾ ਸਕਦਾ ਉਹ ਧਿਆਨ ਜ਼ਰੂਰ ਦਈਏ ਔਰ ਸੁਝਾਅ ਸਾਨੂੰ ਦਿੰਦੇ ਰਹਿਣ। ਇਹ ਜੀ, ਸਾਡੇ ਲਈ ਬਹੁਤ ਬਿਹਤਰ ਹੋਏਗਾ ਤੇ ਇਸ ਪ੍ਰੋਗਰਾਮ ਲਈ ਵੀ ਬਹੁਤ ਬਿਹਤਰ ਹੋਏਗਾ। ਜੀ, ਜੀ। ਬਹੁਤ-ਬਹੁਤ ਧੰਨਵਾਦ ਜਸਵੀਰ ਜੀ ਗੱਲਬਾਤ ਕਰਨ ਲਈ। ਸ਼ੁਕਰੀਆ ਜੀ। ਜੀ। ਸੋ ਇਹ ਸੀ ਸਾਡੀ ਅੱਜ ਦੀ ਖਾਸ ਪੇਸ਼ਕਸ਼ ਜਿਸ 'ਚ ਅਸੀਂ ਖਾਸ ਖਬਰਾਂ ਤੇ ਚਰਚਾ ਕੀਤੀ ਔਰ ਖਬਰਾਂ ਸਿਰਫ ਕਿਸੇ ਖਾਸ ਖਿੱਤੇ ਨਾਲ ਨਹੀਂ ਸੀ, ਜਿੱਥੇ-ਜਿੱਥੇ ਵੀ ਪੰਜਾਬੀ ਵਸਦੇ ਆ, ਉਹਨਾਂ ਸਾਰਿਆਂ ਖਿੱਤਿਆਂ ਲਈ ਖਾਸ ਕਰਕੇ ਕੈਨੇਡਾ, ਅਮਰੀਕਾ ਤੇ ਭਾਰਤ ਨਾਲ ਜੁੜੀਆਂ ਜਿਹੜੀਆਂ ਖਬਰਾਂ ਸੀ ਉਹਨਾਂ ਤੇ ਚਰਚਾ ਹੋਈ। ਸੋ ਇਸੇ ਤਰ੍ਹਾਂ ਕੱਲ੍ਹ ਫੇਰ ਹਾਜ਼ਰ ਹੋਵਾਂਗੇ, ਫੇਰ ਚਰਚਾ ਕਰਾਂਗੇ ਖਬਰਾਂ ਉੱਤੇ। ਤਦ ਤੱਕ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਟੀਵੀ ਪੰਜਾਬ।